सत श्री अकाल जी। स्टार्ट करते हैं ਅਸੀਂ ਅੱਜ ਆਪਣਾ ਇੰਡੀਆ ਆਫਟਰ ਇੰਡੀਪੈਂਡੈਂਸ ਦਾ ਪਾਰਟ 2। ਸੋ ਇਹਦੇ ਚ ਅਸੀਂ ਪਹੁੰਚੇ ਕਿੱਥੋਂ ਤੱਕ ਸੀਗੇ 1969 1969 ਜਦੋਂ ਇੰਦਰਾ ਗਾਂਧੀ ਵੀਵੀ ਗਿਰੀ ਨੂੰ ਰਾਸ਼ਟਰਪਤੀ ਲਵਾਉਣ ਚ ਮਦਦ ਕਰਦੀ ਆ। ਇਸ ਤੋਂ ਪਹਿਲਾਂ ਤੁਹਾਨੂੰ ਇਹਦਾ ਪਾਰਟ 1 ਜ਼ਰੂਰ ਦੇਖਣਾ ਚਾਹੀਦਾ ਹੈ ਤਾਂ ਕਿ ਤੁਹਾਡੀ ਪਾर्ट 2 ਪ੍ਰਤੀ ਸਮਝ ਜਿਹੜੀ ਆ ਉਹ ਬਣੇ। ਵੀਵੀ ਗਿਰੀ ਇਸ ਦੇਸ਼ ਦੇ ਰਾਸ਼ਟਰਪਤੀ ਬਣ ਜਾਂਦੇ ਆ। ਵੀਵੀ ਗਿਰੀ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਫਿਰ ਇੰਦਰਾ ਗਾਂਧੀ ਜਿਹੜੀ ਆ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਹੈ। ਠੀਕ ਆ, ਇੰਦਰਾ ਗਾਂਧੀ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਂਦਾ ਹੈ ਤੇ ਇੰਦਰਾ ਗਾਂਧੀ ਦੇ ਪਾਰਟੀ ਚ ਤੋਂ ਕੱਢਣ ਤੋਂ ਬਾਅਦ ਉਹ ਇੱਕ ਸਮਰਥਨ ਜਤਾਉਂਦੀ ਆ ਤੇ ਦੁਬਾਰਾ ਫਿਰ ਪ੍ਰਧਾਨ ਮੰਤਰੀ ਨੋ ਕੌਨਫੀਡੈਂਸ ਮੋਸ਼ਨ ਤੋਂ ਬਚ ਜਾਂਦੀ ਆ, ਅਵਿਸ਼ਵਾਸ ਪ੍ਰਸਤਾਵ ਤੋਂ ਬਚ ਜਾਂਦੀ ਆ। ਪਰ 1 ਸਾਲ ਦੇ ਅੰਦਰ ਅੰਦਰ ਹੀ ਉਹ ਦੁਬਾਰਾ ਫਿਰ ਚੋਣਾਂ ਕਰਵਾ ਲੈਂਦੀ ਹੈ ਤੇ 1970 ਦੇ ਵਿੱਚ ਪਹਿਲੀ ਵਾਰ ਹੋਇਆ ਕਿ 67 ਦੀ ਬਣੀ ਸਰਕਾਰ 72 ਤੱਕ ਨਹੀਂ ਚੱਲ ਸਕੀ ਤੇ ਇੰਦਰਾ ਗਾਂਧੀ 1970 ਚ ਦੁਬਾਰਾ ਚੋਣਾਂ ਕਰਵਾ ਕੇ ਆਪਣੇ ਆਪ ਨੂੰ ਜਿਤਵਾ ਲੈਂਦੀ ਹੈ ਤੇ 1970 ਤੋਂ ਲੈ ਕੇ ਹੁਣ ਇੰਦਰਾ ਗਾਂਧੀ 1975 ਦੇ ਸਤੰਬਰ ਦੇ ਮਹੀਨੇ ਤੱਕ ਪ੍ਰਧਾਨ ਮੰਤਰੀ ਰਹੂਗੀ। ਰਾਸ਼ਟਰਪਤੀ ਸਾਡੇ ਦੇਸ਼ ਦੇ ਬਣੇ ਨੇ ਹੁਣ ਇਸ ਵਕਤ ਜਿਹੜੇ ਰਾਸ਼ਟਰਪਤੀ ਬਣੇ ਨੇ ਉਹ ਬਣੇ ਨੇ ਸਾਡੇ ਦੇਸ਼ ਦੇ ਇਸ ਟਾਈਮ ਵੀਵੀ ਗਿਰੀ, ਉਪ ਰਾਸ਼ਟਰਪਤੀ ਜੀਡੀ ਪਾਠਕ ਤੇ 1970 ਦੇ ਵਿੱਚ ਪ੍ਰਧਾਨ ਮੰਤਰੀ ਬਣ ਗਈ ਇੰਦਰਾ ਗਾਂਧੀ। ਹੁਣ 1970 ਤੋਂ ਲੈ ਕੇ 75 ਤੱਕ ਕੰਮ ਸੈੱਟ ਰਹੂਗਾ। ਠੀਕ ਹੈ ਜੀ, ਹੁਣ ਆ ਜਾਓ ਸਟੋਰੀ ਅੱਗੇ। 1970 ਤੋਂ ਲੈ ਕੇ 1975 ਤੱਕ ਕੀ ਹੋਇਆ। 1970 ਤੋਂ ਲੈ ਕੇ 1975 ਦੇ ਵਿੱਚ ਇੱਕ ਬਹੁਤ ਵੱਡਾ ਕਿੱਸਾ ਜਿਹੜਾ ਤੁਹਾਨੂੰ ਸੁਣਾਉਣਾ ਚਾਹੀਦਾ ਮੈਨੂੰ। ਕਹਿੰਦੇ ਜੇ ਅਸੀਂ ਦੁਨੀਆ ਦੇ ਨਕਸ਼ੇ ਤੇ ਦੇਖੀਏ ਨਾ, ਇੱਥੇ ਇੰਡੀਆ ਦੇ ਨਾਲ ਆ ਪਾਕਿਸਤਾਨ ਆ ਈਰਾਨ ਦੇ ਨਾਲ ਸਾਊਦੀ ਅਰਬ, ਇੱਥੇ ਇੱਕ ਦੇਸ਼ ਆ ਇਜ਼ਰਾਈਲ, ਇਸ ਜਗ੍ਹਾ ਤੇ ਇੱਕ ਦੇਸ਼ ਆ ਇਜ਼ਰਾਈਲ, ਇੱਥੇ ਇੱਕ ਆ ਇਜ਼ਰਾਈਲ ਦਾ ਆਪਣੇ ਆਲੇ ਦੁਆਲੇ ਦੇ ਦੇਸ਼ਾਂ ਨਾਲ ਰੌਲਾ ਚੱਲਦਾ ਹੈ। ਇਜ਼ਰਾਈਲ ਦੇਸ਼ ਦਾ ਆਪਣੇ ਆਲੇ ਦੁਆਲੇ ਦੇ ਦੇਸ਼ਾਂ ਨਾਲ ਰੌਲਾ ਚੱਲਦਾ ਹੈ। ਅਸਲ ਦੇ ਵਿੱਚ ਨਾ ਇਹ ਇਜ਼ਰਾਈਲ ਜਿਹੜਾ ਹੈ ਨਾ ਇਹ ਯਹੂਦੀਆਂ ਦੀ ਧਰਤੀ ਆ। ਯਹੂਦੀ ਕੌਣ ਹੁੰਦੇ ਆ ਹੁਣੇ ਵੀ ਦੇਖ ਲਈਏ ਆਪਾਂ ਭਾਈ, ਹੁਣ ਜੇ ਲੱਗੇ ਹੋਏ ਆ ਤਾਂ ਇਹ ਇਜ਼ਰਾਈਲ ਆ ਜਿਹੜਾ ਇਹ ਯਹੂਦੀਆਂ ਦੀ ਧਰਤੀ ਆ। ਅਸਲ 'ਚ ਨਾ ਕਹਿੰਦੇ ਆ ਕਿ ਅੱਜ ਤੋਂ ਤਕਰੀਬਨ 3-4 ਹਜ਼ਾਰ ਸਾਲ ਪਹਿਲਾਂ ਇੱਕੋ ਹੀ ਧਰਮ ਹੁੰਦਾ ਸੀ ਇਸ ਇਲਾਕੇ 'ਚ, ਯਹੂਦੀ ਜਿਹੜੇ ਸੀਗੇ। ਯਹੂਦੀਆਂ ਦੇ ਵਿੱਚੋਂ ਹੀ ਅੱਜ ਤੋਂ 2000 ਸਾਲ ਪਹਿਲਾਂ ਨਿਕਲਿਆ ਈਸਾਈਅਤ, ਕ੍ਰਿਸਚੈਨਿਟੀ, ਤੇ ਫਿਰ ਅੱਜ ਤੋਂ 1400 ਸਾਲ ਪਹਿਲਾਂ ਇਸੇ ਇਲਾਕੇ ਦੇ ਵਿੱਚੋਂ ਇੱਕ ਹੋਰ ਧਰਮ ਨਿਕਲਦਾ ਹੈ ਇਸਲਾਮ। ਸੋ ਜੇ ਆਪਾਂ ਦੇਖੀਏ ਤਾਂ ਯਹੂਦੀ ਧਰਮ ਜਿਹੜਾ ਹੈ ਸਭ ਤੋਂ ਯੂਡਾਇਜ਼ਮ ਸਭ ਤੋਂ ਪੁਰਾਣਾ ਹੈ, ਉਸ ਤੋਂ ਬਾਅਦ ਨਿਕਲਦਾ ਹੈ ਕ੍ਰਿਸਚੈਨਿਟੀ, ਈਸਾਈਅਤ, ਫਿਰ ਉਸ ਤੋਂ ਬਾਅਦ ਇਸਲਾਮ ਜਾਨੀ ਕਿ ਮੁਹੰਮਦਨ ਧਰਮ। ਇਹ ਤਿੰਨਾਂ ਦੀ ਕਰਨੋਲੋਜੀ ਹੈ। ਠੀਕ ਆ, ਇਹ 3000-4000 ਸਾਲ ਪੁਰਾਣਾ ਹੈ, ਇਹ 2000 ਸਾਲ ਪੁਰਾਣਾ ਹੈ ਤੇ ਇਹ 1400 ਸਾਲ ਪੁਰਾਣਾ ਹੈ। ਸੋ ਇਹ ਤਿੰਨੇ ਧਰਮ ਨੇ ਜਿਨ੍ਹਾਂ ਬਾਰੇ ਸਾਨੂੰ ਥੋੜੀ ਬਹੁਤੀ ਸਮਝ ਹੋਣੀ ਚਾਹੀਦੀ ਹੈ। ਹੁਣ ਕੀ ਹੋਇਆ, ਜਦੋਂ ਯਹੂਦੀ ਧਰਮ ਸੀਗਾ ਤੇ ਜਦੋਂ ਈਸਾਈਅਤ ਆਇਆ, ਯਹੂਦੀਆਂ ਨੇ ਈਸਾਈਆਂ ਨੂੰ ਇਸ ਇਲਾਕੇ ਚੋਂ ਖਦੇੜਤਾ ਤੇ ਇਹ ਵਿਚਾਰੇ ਇੱਥੇ ਚਲੇ ਗਏ ਯੂਰਪ ਦੇ ਵਿੱਚ। ਇੱਥੇ ਯੂਰਪ ਆ। ਜਦੋਂ ਇਸਲਾਮ ਬਣਿਆ ਫਿਰ ਆ ਤਾਂ ਖਾਲੀ ਹੋ ਗਈ, ਆ ਜਗ੍ਹਾ ਹੁਣ ਇਹਨਾਂ ਕੋਲ ਰਹਿ ਗਈ। ਜਦੋਂ ਇਸਲਾਮ ਬਣਿਆ ਫਿਰ ਇਸਲਾਮ ਵਾਲਿਆਂ ਨੇ ਯਹੂਦੀ ਭਜਾਤੇ ਤੇ ਉਹਨਾਂ ਨੂੰ ਵੀ ਉਸੇ ਜਗ੍ਹਾ ਤੇ ਜਾਣਾ ਪਿਆ ਜਿੱਥੇ ਉਹਨਾਂ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਈਸਾਈ ਭੇਜੇ ਸੀਗੇ। ਇਸ ਜਗ੍ਹਾ ਤੇ ਈਸਾਈ ਤੇ ਯਹੂਦੀ ਬੜੇ ਚਿਰ ਦੇ ਰਹਿ ਰਹੇ ਸੀ ਪਰ ਇਹਨਾਂ 'ਚ ਆਪਸ 'ਚ ਮਤ ਨਹੀਂ ਸੀ ਰਲਦੀ। 20ਵੀਂ ਸਦੀ 'ਚ 1900 ਤੋਂ ਬਾਅਦ ਜਾਂ 1900 ਤੋਂ ਪਹਿਲਾਂ ਥੋੜੀ ਜੀ ਤੇ 1900 ਤੋਂ ਬਾਅਦ 1850 ਤੋਂ ਲੈ ਕੇ 1950 ਤੱਕ ਇਸ ਇਲਾਕੇ 'ਚ ਇੱਕ ਲਹਿਰ ਚੱਲੀ। ਇੱਥੋਂ ਦੇ ਈਸਾਈਆਂ ਨੇ ਇੱਕ ਲਹਿਰ ਚਲਾਈ, ਉਸ ਲਹਿਰ ਦਾ ਨਾਮ ਰੱਖਿਆ ਜਿਓਨਿਜ਼ਮ, ZIONISM, ਜਿਓਨਿਜ਼ਮ। ਲਹਿਰ ਦਾ ਮਕਸਦ ਸੀ ਕਿ ਇਸ ਇਲਾਕੇ ਨੂੰ ਯਹੂਦੀ ਮੁਕਤ ਕਰੋ, ਯਹੂਦੀਆਂ ਨੂੰ ਕੱਢੋ ਇੱਥੋਂ। ਪਰ ਯਹੂਦੀ ਕਹਿੰਦੇ ਸਾਨੂੰ ਕੱਢ ਤਾਂ ਦਓਗੇ, ਅਸੀਂ ਜਾਈਏ ਕਿੱਥੇ? ਉਹ ਕਹਿੰਦੇ ਜਾਓ ਜਿੱਥੇ ਮਰਜੀ। ਕਹਿੰਦੇ ਫਿਰ ਇਦਾਂ ਕਰੋ, ਤੁਸੀਂ ਸਾਡੇ ਨਾਲ ਮਿਲ ਕੇ, ਯਹੂਦੀ ਕਹਿੰਦੇ ਅਸੀਂ ਵੀ ਤੁਹਾਡੇ 'ਚ ਰਹਿ ਕੇ ਖੁਸ਼ ਨਹੀਂ ਗਏ, ਸਾਨੂੰ ਇਸ ਜਗ੍ਹਾ ਤੇ ਸਾਡੀ ਪਵਿੱਤਰ ਧਰਤੀ ਆ, ਇੱਥੇ ਹੀ ਸਾਡਾ ਬਾਬਾ ਮੂਸਾ, ਉਸ ਤੋਂ ਪਹਿਲਾਂ ਬਾਬਾ ਇਬਰਾਹਿਮ ਹੋਏ ਆ, ਸਾਨੂੰ ਉਹਨਾਂ ਦੀ ਧਰਤੀ ਤੇ ਭੇਜ ਦਿਓ ਕਿਉਂਕਿ ਉਹੀ ਸਾਡੇ ਗੁਰੂ ਨੇ। ਇਸ ਧਰਤੀ ਤੇ ਹੁਣ ਰਹਿ ਕੌਣ ਰਿਹਾ ਸੀ ਉਹਨਾਂ ਸਮਿਆਂ 'ਚ? ਮੁਸਲਮਾਨ। ਈਸਾਈਆਂ ਨੇ, ਕ੍ਰਿਸਚੀਅਨਸ ਨੇ, ਇੰਗਲੈਂਡ, ਫਰਾਂਸ ਵਰਗੇ ਦੇਸ਼ਾਂ ਨੇ ਯਹੂਦੀਆਂ ਨਾਲ ਮਿਲ ਕੇ ਇਸ ਜਗ੍ਹਾ ਨੂੰ ਮੁਸਲਮਾਨਾਂ ਤੋਂ ਖਾਲੀ ਕਰਵਾਤਾ 1919 ਚ, ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਤੇ ਇੱਥੇ ਧੱਕੇ ਨਾਲ ਲਿਆ ਕੇ ਯਹੂਦੀ ਵਸਾਤੇ। ਹੁਣ ਇਹ ਇਲਾਕਾ ਐਵੇਂ ਦਾ ਹੋ ਗਿਆ। ਫਿਰ 1948 ਤੱਕ ਜਾਂਦੇ ਜਾਂਦੇ ਇਹ ਵੀ ਕਹਿਤਾ ਕਿ ਅਸੀਂ ਸਾਰੇ ਦੇਸ਼, ਅਮਰੀਕਾ, ਇੰਗਲੈਂਡ, ਫਰਾਂਸ ਨੇ ਸਭ ਨੂੰ ਇੱਕੋ ਸੁਰ ਚ ਕਹਿਤਾ ਕਿ ਅਸੀਂ ਇਜ਼ਰਾਈਲ ਨੂੰ ਮਾਨਤਾ ਪ੍ਰਾਪਤ ਕਰ ਦਿੰਨੇ ਆ। ਮਾਨਤਾ ਵੀ ਦੇਤੀ ਫਿਰ ਇਹਨਾਂ ਨੂੰ, ਆ ਚੱਕੋ, ਇਜ਼ਰਾਈਲ ਨੂੰ ਮਾਨਤਾ ਵੀ ਦੇਤੀ। ਠੀਕ ਆ,
1948 ਚ ਤੋਂ ਬਾਅਦ ਇੱਥੋਂ ਦਾ ਸੀਨ ਇਹ ਆ ਕਿ ਇੱਥੇ ਇਜ਼ਰਾਈਲ ਆ, ਇਹਦੇ ਆਲੇ ਦੁਆਲੇ ਲੈਬਨਾਨ, ਸੀਰੀਆ, ਜਾਰਡਨ, ਇਰਾਕ, ਠੀਕ ਆ, ਇਜਿਪਟ, ਇਹ ਸਾਰੇ ਦੇਸ਼ ਇਹਦੇ ਆਲੇ ਦੁਆਲੇ ਇਹਦੇ ਨਾਲ ਲੜ ਰਹੇ ਆ ਕਿ ਭਾਈ ਜਿਹੜੀ ਤੂੰ ਧਰਤੀ ਆ ਨਾ ਇਜ਼ਰਾਈਲ ਦੀ। ਫਿਰ ਇਹ ਸਾਰਿਆਂ ਨੇ ਵਿੱਚ ਬੈ ਕੇ ਇੱਕ ਸਮਝੌਤਾ ਕਰਾਇਆ ਕਿ ਇਸ ਇਜ਼ਰਾਈਲ ਦੀ ਧਰਤੀ ਦੇ ਦੋ ਟੋਟੇ ਕਰ ਲਓ, ਇੱਕ ਪਾਸੇ ਯਹੂਦੀ ਰਹਿਣਗੇ, ਇੱਕ ਪਾਸੇ ਮੁਸਲਮਾਨ। ਜਿਸ ਇਲਾਕੇ 'ਚ ਮੁਸਲਮਾਨ ਰਹਿਣਗੇ, ਇਜ਼ਰਾਈਲ ਦਾ ਜਿਹੜਾ ਇਲਾਕਾ ਹੈ ਉਹਨੂੰ ਕਿਹਾ ਜਾਊਗਾ ਫਿਲਿਸਤੀਨ ਯਾਨੀ ਕਿ ਪੈਲਸਟਾਈਨ, ਤੇ ਜਿੱਥੇ ਆ ਯਹੂਦੀ ਰਹਿਣਗੇ ਇਹਨੂੰ ਕਿਹਾ ਜਾਊਗਾ ਇਜ਼ਰਾਈਲ, ਠੀਕ ਆ। ਹੁਣ ਇਸ ਪੈਲਸਟਾਈਨ ਦੇ ਆਲੇ ਦੁਆਲੇ ਜਿੰਨੇ ਮੁਸਲਮਾਨ ਦੇਸ਼ ਆ ਉਹ ਸਾਰੇ ਇਹਦਾ ਸਮਰਥਨ ਕਰਦੇ ਆ ਪੈਲਸਟੀਨ ਦਾ, ਉਹ ਸਾਰੇ ਇਹਦੇ ਦੁਸ਼ਮਣ ਆ ਇਜ਼ਰਾਈਲ ਦੇ। ਇਸ ਕਰਕੇ ਜਦੋਂ ਇਹ ਸਾਰੇ ਦੇਸ਼ ਮਿਲ ਕੇ ਪੈਲਸਟੀਨ ਦੀ ਇਹ ਕਹਿੰਦੇ ਆ ਕਿ ਇਹ ਸਾਰੀ ਧਰਤੀ ਪੈਲਸਟੀਨ ਹੋਣੀ ਚਾਹੀਦੀ ਹੈ, ਮੁਸਲਮਾਨਾਂ ਦੀ ਹੋਣੀ ਚਾਹੀਦੀ ਹੈ। ਇਜ਼ਰਾਈਲ ਕਹਿੰਦਾ ਜਿੱਥੇ ਅਸੀਂ ਪੈਲਸਟੀਨੀਆਂ ਨੂੰ ਜਗ੍ਹਾ ਦਿੱਤੀ ਮੁਸਲਮਾਨਾਂ ਨੂੰ ਅਸੀਂ ਉੱਥੋਂ ਵੀ ਕੱਢ ਦੇਣੇ ਆ। ਸੋ ਇਸ ਇਲਾਕੇ ਦੀ ਇਹ ਡਿਸਟਰਬੈਂਸ ਆ, ਇਸ ਇਲਾਕੇ ਦੀ। ਤੇ ਦੁਨੀਆ 'ਚ ਇਸ ਇਲਾਕੇ ਨੂੰ ਕਿਹਾ ਕੀ ਜਾਂਦਾ ਹੈ, ਇਸ ਇਲਾਕੇ ਜਿੱਥੇ ਰੌਲਾ ਹੈ, ਕਈ ਲੋਕ ਤਾਂ ਇਹਨੂੰ ਕਹਿੰਦੇ ਆ ਪੱਛਮੀ ਏਸ਼ੀਆ ਯਾਨੀ ਕਿ ਵੈਸਟ ਏਸ਼ੀਆ, ਤੇ ਏਸ਼ੀਆ ਦੇ ਮੁਕਾਬਲੇ 'ਚ ਵੈਸਟ ਵਾਲੇ ਪਾਸੇ ਆ, ਦੈਟਸ ਵਾਈ ਇਟ ਇਜ਼ ਕਾਲਡ ਵੈਸਟ ਏਸ਼ੀਆ। ਜੇ ਅਸੀਂ ਇਹਨੂੰ ਦੁਨੀਆ ਦੇ ਨਕਸ਼ੇ ਤੇ ਦੇਖੀਏ ਤਾਂ ਇਟ ਇਜ਼ ਮਿਡਲ ਈਸਟ, ਠੀਕ ਹੈ ਨਾ। ਇਹਨੂੰ ਆਪਾਂ ਮਿਡਲ ਈਸਟ ਵੀ ਕਹਿੰਦੇ ਆ। ਸੋ ਇਹਦੇ ਦੋ ਨਾਮ ਨੇ, ਵੈਸਟ ਏਸ਼ੀਆ, ਮਿਡਲ ਈਸਟ। ਕਈ ਲੋਕ ਇਹਨੂੰ ਨਾ ਅਰਬ ਵੀ ਕਹਿੰਦੇ ਆ, ਅਰਬ ਦਾ ਇਲਾਕਾ। ਕਿਉਂ? ਇੱਥੋਂ ਦਾ ਕਲਚਰ ਅਰੈਬਿਕ ਆ, ਉੱਥੋਂ ਇਹਦਾ ਨਾਮ ਪਿਆ ਅਰਬ, ਠੀਕ ਹੈ ਨਾ। ਅਰਬ ਇਸਲਾਮ ਜਾਂ ਪੁਰਾਣੇ ਧਰਮਾਂ ਚੋਂ ਨਿਕਲੀ ਹੋਈ ਇੱਕ ਸ਼ਬਦ ਆ, ਠੀਕ ਆ, ਅਰੈਬਿਕ ਆ ਜਿਹੜਾ। ਸੋ ਅਰਬ ਦੀ ਧਰਤੀ ਕਹਿ ਲੋ, ਮਿਡਲ ਈਸਟ ਕਹਿ ਲੋ, ਪੱਛਮੀ ਏਸ਼ੀਆ ਯਾਨੀ ਕਿ ਵੈਸਟ ਏਸ਼ੀਆ ਕਹਿ ਲੋ। ਇਸ ਇਲਾਕੇ 'ਚ ਦੁਨੀਆ ਦੇ 1948 ਤੋਂ ਬਾਅਦ 1948, 1967, 1972 ਤੇ 73 ਹਰ ਦੌਰ 'ਚ ਲੜਾਈ ਰਹੀ ਹੈ। ਤੇ ਬਦਕਿਸਮਤੀ ਦੁਨੀਆ ਦੀ ਕੀ ਹੈ ਕਿ ਇਹ ਇਲਾਕੇ ਦੇ ਨੇੜੇ ਤੇੜੇ ਤੇਲ ਵੀ ਬਹੁਤ ਆ। 1972 'ਚ ਇਸ ਇਲਾਕੇ 'ਚ ਚੱਲ ਪਈ ਲੜਾਈ, 1972 'ਚ ਇਸ ਇਲਾਕੇ 'ਚ ਚੱਲ ਪਈ ਲੜਾਈ। ਤੇ ਜਦੋਂ 1972 'ਚ ਇਸ ਇਲਾਕੇ 'ਚ ਲੜਾਈ ਹੋਈ ਨਾ, ਤਾਂ ਉਸ ਲੜਾਈ ਤੋਂ ਬਾਅਦ ਇੱਕ ਚੀਜ਼ ਦੇਖਣ ਨੂੰ ਮਿਲੀ, ਬੜੀ ਖਾਸ ਚੀਜ਼ ਦੇਖਣ ਨੂੰ ਮਿਲੀ ਉਸ ਲੜਾਈ ਤੋਂ ਬਾਅਦ, ਕਿ ਇਸ ਇਲਾਕੇ ਦੇ ਵਿੱਚ ਰੌਲਾ ਵੱਧ ਗਿਆ ਤੇ ਇਸ ਇਲਾਕੇ 'ਚੋਂ ਤੇਲ ਨਹੀਂ ਬਾਹਰ ਗਿਆ। ਤੇਲ ਸਾਡੀਆਂ ਜ਼ਰੂਰਤਾਂ ਲਈ ਸਭ ਤੋਂ ਮੂਹਰਲੀ ਚੀਜ਼ਾਂ 'ਚੋਂ ਇੱਕ ਚੀਜ਼ ਆ, ਪਤਾ ਹੀ ਆ ਸਾਰਿਆਂ ਨੂੰ। ਪੂਰੀ ਦੁਨੀਆ 'ਚ ਤੇਲ ਦੇ ਪ੍ਰਾਈਸ ਵੱਧ ਗਏ, ਤੇਲ ਦੇ ਰੇਟ ਵੱਧ ਗਏ। ਇੰਡੀਆ 'ਚ ਵੀ ਤੇਲ ਦੇ ਰੇਟ ਵੱਧ ਗਏ 1972 'ਚ। 1972 ਤੋਂ ਪਹਿਲਾਂ ਇੱਕ ਕਿੱਸਾ ਹੋਰ ਸੁਣ ਲਓ। ਆ ਇੰਡੀਆ ਦੇ ਇਧਰਲੇ ਪਾਸੇ ਇੱਕ ਦੇਸ਼ ਆ, ਇੱਥੇ ਇੱਕ ਦੇਸ਼ ਆ ਈਸਟ ਪਾਕਿਸਤਾਨ, ਪੂਰਬੀ ਪਾਕਿਸਤਾਨ। ਇੱਧਰ ਇੱਕ ਦੇਸ਼ ਆ ਪੱਛਮੀ ਪਾਕਿਸਤਾਨ। ਇਹ ਗੱਲ 1970 ਦੀ ਹੈ। ਪੱਛਮੀ ਪਾਕਿਸਤਾਨ ਪੂਰਬੀ ਪਾਕਿਸਤਾਨ ਤੇ ਬਹੁਤ ਕੁੱਟਮਾਰ ਕਰਦਾ ਸੀਗਾ। ਇੱਕੋ ਹੀ ਦੇਸ਼ ਦੇ ਦੋ ਹਿੱਸੇ ਸੀਗੇ। ਵੈਸਟ ਪਾਕਿਸਤਾਨ ਈਸਟ ਪਾਕਿਸਤਾਨ ਨੂੰ ਬਹੁਤ ਐਕਸਪਲੋਇਟ ਕਰਦਾ ਸੀ। ਪਾਕਿਸਤਾਨ ਨੂੰ 1947 ਚ ਦੋਵੇਂ ਪਾਸੇ ਜ਼ਮੀਨ ਮਿਲੀ ਸੀਗੀ। ਇਸ ਕਰਕੇ ਇਧਰਲੇ ਪਾਸੇ ਵਾਲੀ ਲਾਈਨ ਦਾ ਨਾਮ ਹੀ ਰੈੱਡ ਕਲਿਫ ਆ, ਕਿਉਂਕਿ ਜਿਸ ਜਿਓਗ੍ਰਾਫਰ ਨੇ ਇਹ ਲਾਈਨ ਡਰਾ ਕਰਕੇ ਦਿੱਤੀ ਸੀ ਉਹਦਾ ਨਾਮ ਰੈੱਡ ਕਲਿਫ ਸੀਗਾ। ਠੀਕ ਹੈ, 1947 ਚ ਉਹਦੇ ਨੰਬਰ ਕਮਿਸ਼ਨ ਵੀ ਬਣਿਆ ਸੀਗਾ। ਸੋ ਕਹਿੰਦੇ ਆ ਕਿ ਹੋਇਆ ਵੀ ਇਦਾਂ ਹੀ ਇੱਕ ਵਾਰ ਕਿ 21 ਫਰਵਰੀ 1952 ਨੂੰ, ਇਹ ਗੱਲ 1952 ਦੀ ਆ, ਪਿੱਛੇ ਚਲੇ ਗਿਆ ਮੈਂ। ਕਹਿੰਦੇ ਈਸਟ ਪਾਕਿਸਤਾਨ ਦੇ ਲੋਕ ਕਹਿੰਦੇ ਸੀ ਵੈਸਟ ਪਾਕਿਸਤਾਨ ਨੂੰ, ਅਸੀਂ ਹੈ ਤਾਂ ਤੁਹਾਡੇ ਹੀ ਹਿੱਸਾ, ਪਰ ਅਸੀਂ ਰਹਿੰਦੇ ਆ ਇਸ ਇਲਾਕੇ 'ਚ, ਬੰਗਾਲੀ ਇਲਾਕਾ, ਸਾਡੀ ਮਾਂ ਬੋਲੀ ਬੰਗਾਲੀ ਆ, ਘੱਟੋ ਘੱਟ ਤੁਸੀਂ ਸਾਡੇ ਇਲਾਕੇ 'ਚ ਸਾਨੂੰ ਬੰਗਾਲੀ ਤਾਂ ਬੋਲਣ ਦਿਓ। ਇਹ ਕਹਿੰਦੇ ਨਹੀਂ, ਸਭ ਪਾਸੇ ਕਹਿੰਦੇ ਬਸ ਅਲਫਬੇ ਪੇ ਹੀ ਚੱਲੂਗਾ, ਮਤਲਬ ਉਰਦੂ ਹੀ ਚੱਲੂਗੀ। ਐ ਥੋੜਾ ਹੁੰਦਾ ਯਾਰ ਕਿ ਜੇ ਤੁਸੀਂ ਉਰਦੂ ਬੋਲਦੇ ਹੋ ਤਾਂ ਸਾਰੇ ਉਰਦੂ ਬੋਲਣ। ਇਹਨਾਂ ਤੇ ਸਟ੍ਰਾਈਕ ਕਰ ਰਹੇ ਪੂਰਬੀ ਪਾਕਿਸਤਾਨੀਆਂ ਤੇ ਪੱਛਮੀ ਪਾਕਿਸਤਾਨ ਦੀ ਸਰਕਾਰ ਨੇ ਹਮਲਾ ਕਰਤਾ 21 ਫਰਵਰੀ 1952 ਨੂੰ, ਰੱਜ ਕੇ ਕੁੱਟੇ। ਅੱਜ ਵੀ ਯੂਨਾਈਟਿਡ ਨੇਸ਼ਨਸ 21 ਫਰਵਰੀ ਨੂੰ ਅੰਤਰਰਾਸ਼ਟਰੀ ਮਦਰ ਲੈਂਗੁਏਜ ਡੇ ਦੇ ਤੌਰ ਤੇ ਮਨਾਉਂਦਾ ਹੈ। ਉਹ ਇਸੇ ਕਰਕੇ ਕਿ ਇਸ ਘਟਨਾ, ਇਸ ਸ਼ਰਮਿੰਦਗੀ ਭਰੀ ਘਟਨਾ ਨੂੰ ਦੁਨੀਆ 'ਚ ਯਾਦ ਕੀਤਾ ਜਾ ਸਕੇ। 1965 ਤੋਂ ਬਾਅਦ ਤਾਂ ਪਾਕਿਸਤਾਨ ਦੇ ਅਤਿਆਚਾਰ ਇਸ ਇਲਾਕੇ ਤੇ ਬਹੁਤ ਵੱਧ ਗਏ। ਜਦੋਂ ਪਾਕਿਸਤਾਨ ਦੇ ਅਤਿਆਚਾਰ ਇਸ ਇਲਾਕੇ ਤੇ ਵੱਧ ਗਏ ਤਾਂ ਇੱਥੋਂ ਦੇ ਲੋਕ ਆਪਣਾ ਦੇਸ਼ ਛੱਡ ਕੇ, ਆਹ ਵਾਲਾ ਹਿੱਸਾ ਛੱਡ ਕੇ ਇੰਡੀਆ 'ਚ ਆਉਣ ਲੱਗ ਪਏ। ਠੀਕ ਆ, ਉਹ ਅਸੀਂ ਤੇ ਗਿਓ ਜੇ ਸੀਗੇ, ਤੁਸੀਂ ਆ ਕੇ ਹੋਰ ਭੀੜ ਵਧਾ ਦਿਓ, ਅਸੀਂ ਕੀ ਕਰਾਂਗੇ। ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਕਿਹਾ ਕਿ ਆਪਣੇ ਬੰਦੇ ਜਿਹੜੇ ਆ ਨਾ ਉਹਨਾਂ ਨੂੰ ਕਹੋ ਕਿ ਇੱਧਰ ਅਤਿਆਚਾਰ ਨਾ ਕਰਨ, ਉਧਰੋਂ ਨਜਾਇਜ਼ ਭੀੜ ਸਾਡੇ ਦੇਸ਼ ਵੱਲ ਆ ਰਹੀ ਆ। ਪਹਿਲਾਂ ਪਾਕਿਸਤਾਨ ਨੂੰ ਕਿਹਾ, ਫਿਰ ਅਮਰੀਕਾ ਨੂੰ ਕਿਹਾ ਕਿ ਵਿੱਚ ਪੈ ਕੇ ਗੱਲ ਕਰਾ, ਕਿਸੇ ਨੇ ਨਹੀਂ ਸੁਣੀ। ਅੱਕ ਕੇ 1971 ਚ ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰਤਾ ਤੇ ਈਸਟ ਪਾਕਿਸਤਾਨ ਦੇ ਲੋਕਾਂ ਦੀ ਮਦਦ ਕੀਤੀ ਤੇ 16 ਦਸੰਬਰ 1971 ਤੱਕ ਜਾਂਦੇ ਹੋਏ ਵੈਸਟ ਪਾਕਿਸਤਾਨ ਨੂੰ, ਪੱਛਮੀ ਪਾਕਿਸਤਾਨ ਨੂੰ ਮਜਬੂਰ ਕਰਤਾ ਕਿ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਕਰ ਦੇ। ਤੇ 1972 ਦੇ ਜਨਵਰੀ 'ਚ
ਪੂਰਬੀ ਪਾਕਿਸਤਾਨ ਆਜ਼ਾਦ ਹੋ ਕੇ ਇੱਕ ਨਵਾਂ ਦੇਸ਼ ਬਣਿਆ, ਨਾਮ ਸੀਗਾ ਬੰਗਲਾਦੇਸ਼। ਤੇ ਜ਼ੀਆ ਉਲ ਰਹਿਮਾਨ ਉੱਥੋਂ ਦੇ ਪਹਿਲੇ ਰਾਸ਼ਟਰਪਤੀ ਬਣੇ। ਸੋ ਆਹ ਸਟੋਰੀ ਹੈ। ਸਭ ਕੁਝ ਕਿੰਨੇ ਕਰਵਾਇਆ? ਉਸ ਟਾਈਮ ਦੇ ਇੰਡੀਆ ਦੇ ਕਮਾਂਡਰ, ਆਰਮੀ ਦੇ ਚੀਫ ਸੈਮ ਮਾਨੇਕਸ਼ਾ ਨੇ। ਠੀਕ ਆ, ਉਹਨਾਂ ਨੂੰ ਕਿਹਾ ਕਿੰਨੇ? ਉਸ ਟਾਈਮ ਦੀ ਇੰਡੀਆ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ। ਇੰਦਰਾ ਗਾਂਧੀ ਉਦੋਂ ਤੱਕ ਦੇਸ਼ ਲਈ ਭਾਰਤ ਤੇ ਭਾਰਤ ਇੰਦਰਾ, ਇੰਦਰਾ ਭਾਰਤ, ਐਵੇਂ ਦੀਆਂ ਗੱਲਾਂ ਸੀ, ਗੱਲਬਾਤ ਸੀ ਅਗਲੀ ਦੀ। 72 ਲੰਘਿਆ, 73 ਤੱਕ ਜਾਂਦੇ ਜਾਂਦੇ ਇਜ਼ਰਾਈਲ ਦੀ ਲੜਾਈ ਲੱਗ ਗਈ, ਤੇਲ ਮਹਿੰਗੇ ਹੋ ਗਏ। ਉਹੀ ਸਟੋਰੀ ਫੇਰ ਰਿਪੀਟ ਕਰਤੀ ਮੈਂ। ਤੇਲ ਮਹਿੰਗੇ, ਮਹਿੰਗਾਈ ਵੱਧ ਗਈ। ਜਿਹੜੇ ਲੋਕ ਇੰਦਰਾ ਨੂੰ ਇੰਡੀਆ ਤੇ ਇੰਡੀਆ ਨੂੰ ਇੰਦਰਾ ਕਹਿੰਦੇ ਸੀ, ਉਹੀ ਇੰਦਰਾ ਗਾਂਧੀ ਦੇ ਖਿਲਾਫ ਹੋ ਗਏ। ਇੱਕ ਬੜਾ ਮਸ਼ਹੂਰ ਪ੍ਰਧਾਨ ਮੰਤਰੀ ਕਿਵੇਂ ਬਦਨਾਮ ਹੋ ਜਾਂਦਾ ਹੈ, ਤੁਸੀਂ ਉਸ ਦੌਰ 'ਚ ਪੜ ਰਹੇ ਹੋ ਜਿਸ ਦੌਰ 'ਚ ਤੁਸੀਂ ਇਹ ਸਾਰਾ ਕੁਝ ਹੁੰਦਾ ਆਪਣੀ ਅੱਖੀਂ ਦੇਖ ਰਹੇ ਹੋ ਹੁਣ। ਠੀਕ ਹੈ ਨਾ? ਸੋ ਮੇਰੇ ਕਹਿਣ ਦਾ ਮਤਲਬ ਨਹੀਂ ਹੁੰਦਾ ਕਿ ਇਹ ਜਿੰਨੇ ਵੀ ਪਪੂਲਰ ਲੀਡਰ ਹੁੰਦੇ ਆ, ਇਹਨਾਂ ਨੂੰ ਡੀਫੇਮ ਵੀ ਹੋਣਾ ਪੈਂਦਾ, ਇਹਨਾਂ ਨੂੰ ਕ੍ਰਿਟਿਸਿਜ਼ਮ ਵੀ ਸਹਿਣੇ ਪੈਂਦੇ ਆ। ਫਿਰ ਇੱਕ ਸਮਾਂ ਆਉਂਦਾ, ਇਹ ਫਿਰ ਸਾਰੇ ਕ੍ਰਿਟਿਸਿਜ਼ਮ ਚੋਂ ਨਿਕਲ ਕੇ ਫਿਰ ਉੱਭਰ ਕੇ ਮਤਲਬ ਕਿ ਇੱਕ ਮਹਾਨ ਨੇਤਾ ਬਣ ਜਾਂਦੇ ਆ। ਫਿਰ ਇਹਨਾਂ ਦਾ ਕ੍ਰਿਟਿਸਿਜ਼ਮ, ਪੋਲਿਟਿਕਸ ਹੁੰਦੀ ਹੋਈ ਐਵੇਂ ਦੀ ਆ। ਇੰਦਰਾ ਗਾਂਧੀ 1972-73 ਤੋਂ ਬਾਅਦ ਬਿਲਕੁਲ ਡੀਗ੍ਰੇਡ ਹੋ ਗਈ। ਜਦੋਂ ਕਿਸੇ ਲੀਡਰ ਦਾ, ਪੋਲੀਟੀਕਲ ਲੀਡਰ ਦਾ ਮਾੜਾ ਟਾਈਮ ਹੋਵੇ ਨਾ, ਉਦੋਂ ਉਹਨੂੰ ਇਤਿਹਾਸ ਦੀਆਂ ਕਿਤਾਬਾਂ ਫੋੜ ਲੈਣੀਆਂ ਚਾਹੀਦੀਆਂ ਕਿ ਜਦੋਂ ਜਦੋਂ ਵੀ ਦੁਨੀਆ 'ਚ ਕਿਸੇ ਲੀਡਰ ਦਾ ਮਾੜਾ ਟਾਈਮ ਆਇਆ ਹੈ, ਉਹਨੇ ਉਹ ਹੰਢਾਇਆ ਕਿਵੇਂ ਆ। ਤੇ ਜਿਹੜਾ ਇਤਿਹਾਸ ਦੀਆਂ ਕਿਤਾਬਾਂ ਨਹੀਂ ਫੋਲਦਾ, ਫਿਰ ਉਹਦਾ ਵਿਨਾਸ਼ ਤੈਅ ਆ। ਇਹੀ ਗਲਤੀ ਇੰਦਰਾ ਗਾਂਧੀ ਨੇ ਕਰ ਲਈ ਕਿ ਇਤਿਹਾਸ 'ਚ ਪੁਰਾਣੇ ਸਮਿਆਂ 'ਚ ਪੁਰਾਣੇ ਹੋਰ ਦੇਸ਼ਾਂ ਦੇ ਲੀਡਰਾਂ ਦੇ ਇਤਿਹਾਸ ਨੂੰ ਫੋਲਦੀ ਕਿ ਮਾੜਾ ਟਾਈਮ ਸਭ ਤੇ ਆਉਂਦਾ ਹੈ, ਬਸ ਉਹ ਕੱਟਣਾ ਆਉਣਾ ਚਾਹੀਦਾ ਹੈ। ਤੇ ਉਹੀ ਗਲਤੀ ਇੰਦਰਾ ਗਾਂਧੀ ਨੇ ਕਰ ਲਈ। 1973 ਤੋਂ ਬਾਅਦ ਧੱਕੇਸ਼ਾਹੀ ਸ਼ੁਰੂ ਕਰਤੀ। 74-75 ਤੱਕ ਪਹੁੰਚਦੇ ਪਹੁੰਚਦੇ ਇੰਦਰਾ ਗਾਂਧੀ ਦੇ ਖਿਲਾਫ ਇੰਨਾ ਇੰਡੀਆ 'ਚ ਮਾਹੌਲ ਬਣ ਗਿਆ ਕਿ 1947 'ਚ ਇੱਕ ਸ਼ਖਸ ਜੈ ਪ੍ਰਕਾਸ਼ ਨਾਰਾਇਣ, ਆਜ਼ਾਦੀ ਤੋਂ ਬਾਅਦ ਉਹਨੇ ਸਹੁੰ ਖਾਲੀ ਸੀ ਕਿ ਮੈਂ ਕਦੀ ਪੋਲਿਟਿਕਸ 'ਚ ਨਹੀਂ ਆਉਣਾ। 1974 'ਚ ਉਹਨੂੰ ਦੁਬਾਰਾ ਫਿਰ ਹਥਿਆਰ ਚੱਕ ਕੇ ਬਿਹਾਰ 'ਚੋਂ, ਆਪਣੇ ਪਿੰਡ 'ਚੋਂ ਨਿਕਲ ਕੇ ਇੰਦਰਾ ਗਾਂਧੀ ਦੇ ਖਿਲਾਫ ਧਰਨੇ ਲਾਉਣੇ ਪਏ। ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਨੇ ਧਰਨੇ ਲਾਏ ਇੰਦਰਾ ਗਾਂਧੀ ਦੇ ਖਿਲਾਫ। 1975 ਤੱਕ ਜਾਂਦੇ ਜਾਂਦੇ ਮਾਹੌਲ ਬਣ ਗਿਆ। ਤੇ ਬਦਕਿਸਮਤੀ ਨਾਲ ਇੰਦਰਾ ਗਾਂਧੀ ਦੇ ਖਿਲਾਫ ਯੂਪੀ ਦੀ ਇਲਾਹਾਬਾਦ ਹਾਈ ਕੋਰਟ 'ਚ ਇੱਕ 1970 ਦਾ ਕੇਸ ਵੀ ਚੱਲ ਰਿਹਾ ਸੀਗਾ। ਕੇਸ ਕੀ ਸੀਗਾ? ਕਹਿੰਦੇ 1970 'ਚ ਜਦੋਂ ਇੰਦਰਾ ਗਾਂਧੀ ਚੋਣਾਂ ਜਿੱਤੀ ਆ, ਜਿਸ ਰਾਏ ਬਰੇਲੀ ਤੋਂ ਉਹ ਚੋਣਾਂ ਜਿੱਤੀ ਆ ਨਾ, ਉਸ ਰਾਏ ਬਰੇਲੀ ਤੋਂ ਉਹ ਧੱਕੇ ਨਾਲ ਜਿੱਤੀ ਆ ਕਹਿੰਦੇ। ਤੇ ਜਿੱਤਦਾ ਸੀ ਉਹਦਾ ਦੂਜੇ ਨੰਬਰ ਤੇ ਆਇਆ ਹੋਇਆ ਰਾਜ ਨਾਰਾਇਣ। ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ 'ਚ ਕੇਸ ਪਾ ਰੱਖਿਆ ਸੀਗਾ, ਕਿਸੇ ਨੂੰ ਪਤਾ ਹੀ ਨਹੀਂ ਸੀ ਉਹਦਾ। 5 ਸਾਲ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣੇ ਨੂੰ ਵੀ ਹੋ ਗਏ ਤੇ ਇਲੈਕਸ਼ਨਾਂ ਦੇ ਵਿੱਚ ਸਿਰਫ 4 ਮਹੀਨੇ ਰਹਿ ਗਏ। ਸਤੰਬਰ 1975 'ਚ ਚੋਣਾਂ ਸੀਗੀਆਂ। ਕਿਉਂ? 70 ਤੋਂ ਬਾਅਦ 75 'ਚ ਹੀ ਹੋਣੀਆਂ ਸੀ। ਇਲੈਕਸ਼ਨਾਂ ਤੋਂ 4 ਮਹੀਨੇ ਪਹਿਲਾਂ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਆਇਆ ਕਿ ਇੰਦਰਾ ਗਾਂਧੀ ਨੇ ਇਲੈਕਸ਼ਨ ਧੱਕੇ ਨਾਲ ਜਿੱਤੇ ਆ, ਇਸ ਕਰਕੇ ਉਹ ਪ੍ਰਧਾਨ ਮੰਤਰੀ ਰਹਿਣ ਦੇ ਲਾਇਕ ਨਹੀਂ। ਇੰਦਰਾ ਗਾਂਧੀ ਡਰ ਗਈ। ਕੇਸ ਨਾਲ ਦੀ ਨਾਲ ਭੜਕਾਤਾ ਕਿੱਥੇ? ਸੁਪਰੀਮ ਕੋਰਟ। ਸੁਪਰੀਮ ਕੋਰਟ ਨੇ 24 ਜੂਨ 1975 ਨੂੰ ਫੈਸਲਾ ਸੁਣਾਤਾ ਕਿ ਪ੍ਰਧਾਨ ਮੰਤਰੀ ਤਾਂ ਰਹਿ ਸਕਦੀ ਆ, ਪਰ ਇਲੈਕਸ਼ਨਾਂ 'ਚ ਧੱਕਾ ਕੀਤਾ ਉਹਨੇ। ਜਦੋਂ ਇਹ ਸਾਰਾ ਕੁਝ ਹੋਇਆ, ਠੀਕ ਆ, 1975 ਦੇ ਵਿੱਚ, ਉਸ ਟਾਈਮ ਤੱਕ ਦਾ ਸੀਨ ਦੇਖੋ। 769 1969 ਦੇ ਵਿੱਚ ਰਾਸ਼ਟਰਪਤੀ ਕੌਣ ਸੀਗਾ ਭਲਾ? ਵੀਵੀ ਗਿਰੀ। ਕੌਣ ਸੀ ਭਲਾ? ਵੀਵੀ ਗਿਰੀ ਨਾ। ਵੀਵੀ ਗਿਰੀ ਸੀ ਰਾਸ਼ਟਰਪਤੀ, ਆਹੀ ਸੀ ਵੀਵੀ ਗਿਰੀ। ਤੇ ਉਪ ਰਾਸ਼ਟਰਪਤੀ ਜੀਡੀ ਪਾਠਕ, ਇਹ ਮੈਂ ਪੜਾਇਆ ਹੋਇਆ। 74 ਤੱਕ ਇਹ ਰਹੇ। 74 ਤੋਂ ਬਾਅਦ ਇੰਦਰਾ ਗਾਂਧੀ ਨੇ ਇਸ ਆਪਣੇ ਖਾਸ ਬੰਦੇ ਨੂੰ ਰਾਸ਼ਟਰਪਤੀ ਲਵਾਤਾ ਸੀਗਾ, ਫਖਰੁਦੀਨ ਅਲੀ ਅਹਿਮਦ ਨੂੰ। ਕਿਹਨੂੰ ਲਵਾਤਾ ਸੀ? ਫਖਰੁਦੀਨ ਅਲੀ ਅਹਿਮਦ ਨੂੰ 74 'ਚ। ਇਹਦਾ ਮਤਲਬ 1975 'ਚ ਰਾਸ਼ਟਰਪਤੀ ਸੀਗਾ ਤੇ ਉਪ ਰਾਸ਼ਟਰਪਤੀ ਸੀ ਬੀਡੀ ਜੱਦੀ। ਕੀ ਨਾਮ ਸੀਗਾ? ਬੀਡੀ ਜੱਦੀ। 74 ਦੇ ਵਿੱਚ ਹੀ ਉਹ ਬਣਿਆ ਸੀ। 1975 ਦਾ ਜੂਨ ਦਾ ਮਹੀਨਾ, ਸਤੰਬਰ 'ਚ ਇਲੈਕਸ਼ਨ ਆ। ਇੰਦਰਾ ਗਾਂਧੀ ਨੂੰ 24 ਜੂਨ ਨੂੰ ਇੰਦਰਾ ਗਾਂਧੀ ਦੇ ਖਿਲਾਫ ਸੁਪਰੀਮ ਕੋਰਟ ਦਾ ਫੈਸਲਾ। ਇੰਦਰਾ ਗਾਂਧੀ ਨੇ 25 ਜੂਨ ਨੂੰ ਰਾਸ਼ਟਰਪਤੀ ਨੂੰ ਕਿਹਾ ਐਮਰਜੈਂਸੀ ਲਾ ਦੇ। ਰਾਸ਼ਟਰਪਤੀ ਹੀ ਐਮਰਜੈਂਸੀ ਤੇ ਸਾਈਨ ਕਰਕੇ ਐਮਰਜੈਂਸੀ ਲਾ ਸਕਦਾ ਹੈ, ਪਰ ਇੰਦਰਾ ਗਾਂਧੀ ਦੇ ਦਬਾਅ 'ਚ ਆ ਕੇ ਉਹਨੇ ਐਮਰਜੈਂਸੀ ਲਾਤੀ। ਇਹ ਰਾਸ਼ਟਰਪਤੀ ਹੈ ਜਿਹਨੇ ਐਮਰਜੈਂਸੀ ਲਾਈ ਸੀ, ਪ੍ਰੋਕਲੇਮ ਕਰੀ ਸੀ। ਅੰਗਰੇਜ਼ੀ 'ਚ ਸ਼ਬਦ ਹੁੰਦਾ ਪ੍ਰੋਕਲੇਮ ਕਰਨਾ ਤੇ ਪੰਜਾਬੀ 'ਚ ਹੁੰਦਾ ਐਮਰਜੈਂਸੀ ਲਾਉਣਾ। ਆਹੀ ਉਹ ਟੈਲੈਂਟ ਆ ਜੀ ਜਿਹਨੇ ਐਮਰਜੈਂਸੀ ਲਾਈ ਸੀ। 75 'ਚ ਐਮਰਜੈਂਸੀ। ਫਿਰ ਦੇ ਚੱਲ ਵੀ ਬਾਦਲ ਸਾਹਿਬ ਚਲੋ ਜੇਲ੍ਹ 'ਚ, ਫਲਾਣਾ ਬੰਦਾ ਚੱਲ ਜੇਲ੍ਹ 'ਚ, ਜਿਹੜੇ ਵਿਰੋਧੀ ਚਲੋ ਜੇਲ੍ਹ 'ਚ। ਠੀਕ ਹੈ ਜੀ। 1975 'ਚ ਜਿੰਨੇ ਲੋਕ ਜੇਲ੍ਹ 'ਚ ਗਏ ਸੀ ਨਾ, ਅਸੀਂ ਅੱਜ ਉਹਨਾਂ ਦਾ ਮਜ਼ਾਕ ਤਾਂ ਉਡਾ ਸਕਦੇ ਹਾਂ ਕਿ ਬਈ ਇਹ ਤਾਂ ਉਹੀ ਪਖੰਡ ਕਰਦੇ ਸੀ ਜੇਲ੍ਹਾਂ 'ਚ ਜਾ ਕੇ, ਪਰ 1975 'ਚ ਜਿਹੜਾ ਜੇਲ੍ਹ ਗਿਆ ਸੀ ਨਾ, ਉਹਨੂੰ ਇਹ ਨਹੀਂ ਸੀ ਪਤਾ ਕਿ ਮੁੜ ਕੇ ਆਉਣਾ ਕਿ ਨਹੀਂ ਆਉਣਾ।
क्योंकि उस टाइम माहौल उਵੇਂ ਦਾ ਸੀ। माहौल ਜਿਹੜੀ ਪਾਰਟੀ ਸੱਤਾ 'ਚ ਸੀ ਨਾ ਉਹਦੀ ਤਾਕਤ ਉਨੀ ਹੀ ਸੀ ਜਿੰਨੀ ਅੱਜ ਸੱਤਾ 'ਚ ਜਿਹੜੀ ਪਾਰਟੀ ਆ ਉਹਦੀ ਤਾਕਤ ਆ। ਤੇ ਵਿਰੋਧੀਆਂ ਨੂੰ ਖੌਫ ਬਹੁਤ ਸੀਗਾ ਕਿ ਵਾਕਈ ਯਾਰ ਗੱਲਬਾਤ ਤਾਂ ਹੈਗੀ ਆ ਕੋਈ। ਸੋ ਉਦੋਂ ਅੱਜ ਉਹ ਮਜ਼ਾਕ ਕਰ ਸਕਦੇ ਅਸੀਂ ਉਹਨਾਂ ਨੂੰ ਕਿ ਭੱਜ ਗਏ ਸਾਰੇ ਜੇਲਾਂ ਭਰ ਰਹੇ ਸੀ, ਪਰ ਐਵੇਂ ਦਾ ਕੁਝ ਨਹੀਂ ਸੀਗਾ। ਦੇਸ਼ ਬਹੁਤ ਖਤਰਨਾਕ ਮੁਦਰਾ 'ਚ ਸੀਗਾ। 1976 ਤੇ 77 ਆਉਂਦੇ ਇੰਦਰਾ ਗਾਂਧੀ ਨੇ ਚੋਣਾਂ ਵੀ ਨਹੀਂ ਕਰਾਈਆਂ। ਚੋਣਾਂ ਵੀ 2 ਸਾਲ ਉੱਪਰ ਟੱਪ ਗਈਆਂ। 77 ਆ ਗਿਆ, ਇਲੈਕਸ਼ਨ ਕਿੱਥੋਂ ਕਰਾਉਣੇ ਸੀ ਫਿਰ। 77 ਦੇ ਜਨਵਰੀ 'ਚ ਕਹਿੰਦੇ ਆ ਕਿ ਇੰਦਰਾ ਗਾਂਧੀ ਨੂੰ ਕਈ ਤਾਂ ਕਹਿੰਦੇ ਆ ਇੰਟੈਲੀਜੈਂਸ ਨੇ ਕਿਹਾ ਤੇ ਕਈ ਕਹਿੰਦੇ ਬਾਬੇ ਨੂੰ ਹੱਥ ਦਿਖਾਇਆ ਸੀ ਉਹਨੇ ਕਿਹਾ, ਜਿੰਨੇ ਮਰਜ਼ੀ ਕਿਹਾ ਪਰ ਸਹੀ ਹੀ ਕਿਹਾ। ਕਹਿੰਦੇ ਇੰਦਰਾ ਗਾਂਧੀ ਜੀ ਤੁਸੀਂ ਨੇ ਇਦਾਂ ਕਰੋ, ਐਮਰਜੈਂਸੀ ਖਤਮ ਕਰਕੇ ਚੋਣਾਂ ਕਰਾ ਲਓ, ਮਾਹੌਲ ਤੁਹਾਡੇ ਹੱਕ 'ਚ ਆ। ਜਨਵਰੀ 'ਚ ਇੰਦਰਾ ਗਾਂਧੀ ਨੇ ਫੈਸਲਾ ਕਰਤਾ ਕਿ ਚੋਣਾਂ ਹੋਣਗੀਆਂ। ਵਿਰੋਧੀ ਜੇਲ੍ਹਾਂ 'ਚ ਛੱਡਤੇ। ਜੇਲ੍ਹਾਂ 'ਚ ਬੈਠੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿਰੋਧੀ, ਚਾਹੇ ਉਹ ਖੱਬੀ ਪੱਖ ਦੇ ਸੀ ਚਾਹੇ ਉਹ ਸੱਜੇ ਪੱਖ ਦੇ ਸੀ। ਜਿਹੜੀ ਮਰਜ਼ੀ ਵਿਚਾਰਧਾਰਾ ਦੇ ਬੰਦੇ ਸੀ ਉਹ, ਲੈਫਟ ਰਾਈਟ ਜੋ ਮਰਜ਼ੀ ਲਾ ਲਓ। ਬਈ ਤੁਸੀਂ ਮੇਰਾ ਇੱਕ ਚੈਪਟਰ ਜਿਹੜਾ ਲੈਕਚਰ ਆ ਜੀ ਜਰੂਰ ਦੇਖਿਆ ਹੋਊਗਾ, ਪੋਲੀਟੀਕਲ ਪਾਰਟੀਜ਼। ਉਹਦੇ 'ਚ ਮੈਂ ਦੱਸਿਆ ਕਿ ਖੱਬੇ ਪੱਖੀ ਲੋਕ ਉਹ ਹੁੰਦੇ ਆ ਜਿਹੜੇ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਆ, ਤੇ ਸੱਜੇ ਪੱਖੀ ਉਹ ਜਿਹੜੇ ਆਪਣੇ ਕਲਚਰ ਨੂੰ ਧਰਮ ਨੂੰ ਬਦਲ ਐਜ਼ ਇਟ ਇਜ਼ ਉਵੇਂ ਦਾ ਰੱਖਣਾ ਚਾਹੁੰਦੇ ਆ। ਧਰਮ ਰੀਤੀ ਰਿਵਾਜਾਂ ਨੂੰ ਮੂਹਰੇ ਰੱਖਣ ਵਾਲੀਆਂ ਪਾਰਟੀਆਂ ਅਕਾਲੀ ਦਲ, ਬੀਜੇਪੀ, ਇਹ ਸਾਰੀਆਂ ਸੱਜੇ ਪੱਖੀ ਯਾਨੀ ਕਿ ਰਾਈਟ ਵਿੰਗ ਪਾਰਟੀਆਂ ਨੇ। ਰਾਈਟਿਸਟ ਪਾਰਟੀਆਂ ਸੱਜੇ ਪੱਖੀ ਜਿਹੜੀਆਂ ਸਿਸਟਮ ਨੂੰ ਅੱਗੇ ਰੱਖਦੀਆਂ, ਲੋਕਾਂ ਦੇ ਹੱਕਾਂ ਨੂੰ ਅੱਗੇ ਰੱਖਦੀਆਂ, ਉਹ ਲੈਫਟਿਸਟ ਪਾਰਟੀਆਂ ਹੁੰਦੀਆਂ, ਖੱਬੇ ਪੱਖੀ ਪਾਰਟੀਆਂ। ਇਹਦਾ ਮਤਲਬ ਇਹ ਨਹੀਂ ਕਿ ਖੱਬੇ ਪੱਖੀ ਪਾਰਟੀਆਂ ਚੰਗੀਆਂ ਤੇ ਸੱਜੇ ਪੱਖੀ ਮਾੜੀਆਂ। ਬਸ ਇੱਕ ਗੱਲ ਸਮਝ ਸਕਦੇ ਹੋ ਤੁਸੀਂ ਕਿ ਉਹ ਧਰਮ ਤੇ ਰੀਤੀ ਰਿਵਾਜਾਂ ਦੇ ਨਾਂ ਤੇ ਸਿਆਸਤ ਕਰਦੇ ਆ, ਇਹ ਲੋਕਾਂ ਨੂੰ ਗਰੀਬੀ ਚੋਂ ਕੱਢਣ ਦੇ ਨਾਂ ਤੇ ਸਿਆਸਤ ਕਰ ਲੈਂਦੇ ਆ। ਠੀਕ ਆ, ਇਸ ਦੇਸ਼ ਦਾ ਭਲਾ ਕਿਹੜੀ ਪਾਰਟੀ ਕਰ ਸਕਦੀ ਹੈ, ਖੱਬੇ ਪੱਖੀ ਕਿ ਸੱਜੇ ਪੱਖੀ? ਇਹਦੇ ਵਾਸਤੇ ਤਾਂ ਸਾਨੂੰ ਬਹੁਤ ਡੂੰਘਾ ਵਿਚਾਰ ਕਰਨਾ ਪੈਣਾ ਹੈ। ਇੰਡੀਆ ਦਾ ਇਤਿਹਾਸ ਖੋਲ ਕੇ ਦੇਖ ਲਈਏ ਨਾ, ਤੇ ਇਸ ਦੇਸ਼ ਦੀ ਇੱਕ ਸਟੇਟ ਨੂੰ ਖੱਬੇ ਪੱਖੀਆਂ ਨੇ ਉਜਾੜਤਾ ਤੇ ਇੱਕ ਸਟੇਟ ਇਹੋ ਜਿਹੀ ਜਿਹਨੂੰ ਖੱਬੇ ਪੱਖੀਆਂ ਨੇ ਸਿਰੇ ਲਾਤਾ। ਕੇਰਲਾ ਤੇ ਵੈਸਟ ਬੰਗਾਲ, ਇਹ 2 ਵੱਖੋ-ਵੱਖ ਉਦਾਹਰਨਾਂ ਨੇ। ਸੋ ਕਿਸ ਵਿਚਾਰਧਾਰਾ ਦੀ ਪਾਰਟੀ ਚੰਗੀ ਆ ਜਾਂ ਮਾੜੀ ਆ, ਕਿਸੇ ਵਿਚਾਰਧਾਰਾ ਤੋਂ ਪਤਾ ਨਹੀਂ ਲੱਗਦਾ। ਹੁਣ ਤਾਂ ਕਹਿਣ 'ਚ ਇਹ ਵੀ ਆ ਜਾਂਦਾ ਕਿ ਕੇਜਰੀਵਾਲ ਇੱਕ ਤੀਜੀ ਵਿਚਾਰਧਾਰਾ ਲੈ ਕੇ ਆਇਆ ਜਿਹਦੀ ਕੋਈ ਵਿਚਾਰਧਾਰਾ ਨਹੀਂ। ਠੀਕ ਆ, ਪਰ ਵਿਰੋਧ ਉਹਦਾ ਵੀ ਬਹੁਤ ਆ। ਠੀਕ ਆ, ਤੇ ਕ੍ਰਿਟਿਸਿਜ਼ਮ ਜਿਹਨੂੰ ਆਪਾਂ ਕਹਿੰਦੇ ਆ ਕਿ ਕਿਸੇ ਬੰਦੇ ਨੂੰ ਵਾਕਈ ਕ੍ਰਿਟਿਸਾਈਜ਼ ਕਰਨਾ, ਹਰਕਤਾਂ ਇਹੋ ਜਿਹੀਆਂ ਉਹਨੇ ਵੀ ਕੀਤੀਆਂ ਹੋਈਆਂ ਜਿੱਥੇ ਆਪਾਂ ਕਹਿ ਸਕਦੇ ਆ ਕਿ ਹਾਂ ਸਾਨੂੰ ਵਿਰੋਧ ਕਰਨਾ ਬਣਦਾ ਹੈ। ਸੋ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਕਾ ਕਿ ਵਿਚਾਰਧਾਰਾ ਕਦੀ ਤੁਹਾਡੀ ਇਮਾਨਦਾਰੀ ਜਾਂ ਬੇਈਮਾਨੀ ਦਾ ਪੈਮਾਨਾ ਹੋ ਹੀ ਨਹੀਂ ਸਕਦੀ। ਖੈਰ ਆਜੋ ਜੀ ਅੱਗੇ। ਫਖਰੁਦੀਨ ਅਲੀ ਅਹਿਮਦ ਨੇ ਐਮਰਜੈਂਸੀ ਲਾਈ 77 ਚ। ਇੰਦਰਾ ਗਾਂਧੀ ਨੇ ਇਹਨੂੰ ਕਹਿਤਾ ਕਿ ਹੁਣ ਤੂੰ ਐਮਰਜੈਂਸੀ ਹਟਾਉਣੀ ਆ। ਵੈਸੇ ਕਾਇਦੇ ਨਾਲ ਅਗਲਾ ਪ੍ਰਧਾਨ ਮੰਤਰੀ ਸਹੁੰ ਉਦੋਂ ਹੀ ਖਾਂਦਾ ਹੈ। ਅਗਲਾ ਪ੍ਰਧਾਨ ਮੰਤਰੀ ਉਦੋਂ ਤੋਂ ਹੀ ਪ੍ਰਧਾਨ ਮੰਤਰੀ ਬਣਦਾ ਜਿਸ ਦਿਨ ਪਹਿਲਾਂ ਹਟਦਾ ਹੈ, ਜਾਂ ਗੱਲ ਨੂੰ ਕਹਿਣ ਦਾ ਦੂਜਾ ਤਰੀਕਾ, ਪਿਛਲਾ ਪ੍ਰਧਾਨ ਮੰਤਰੀ ਉਦੋਂ ਹਟਦਾ ਹੈ ਜਦੋਂ ਅਗਲਾ ਸਹੁੰ ਖਾਂਦਾ ਹੈ ਉਸ ਦਿਨ। ਬੇਸ਼ੱਕ ਜਦੋਂ ਚੋਣਾਂ ਹੋ ਰਹੀਆਂ ਹੁੰਦੀਆਂ ਉਦੋਂ ਪਿਛਲਾ ਹੀ ਪ੍ਰਧਾਨ ਮੰਤਰੀ ਹੁੰਦਾ ਹੈ। ਸੇਮ ਜਿੰਨਾ ਚਿਰ ਚੋਣਾਂ ਨਹੀਂ ਹੁੰਦੀਆਂ, ਚੋਣਾਂ ਤੋਂ ਬਾਅਦ ਨਤੀਜਾ ਨਹੀਂ ਹੁੰਦਾ, ਅਗਲਾ ਪ੍ਰਧਾਨ ਮੰਤਰੀ ਸਹੁੰ ਨਹੀਂ ਖਾਂਦਾ, ਉਦੋਂ ਤੱਕ ਦੇਸ਼ 'ਚ ਐਮਰਜੈਂਸੀ ਲੱਗੀ ਹੋਈ ਸੀਗੀ। ਉਦੋਂ ਤੱਕ ਦੇਸ਼ 'ਚ ਕੀ ਲੱਗੀ ਹੋਈ ਸੀ ਭਲਾ? ਐਮਰਜੈਂਸੀ ਲੱਗੀ ਹੋਈ ਸੀਗੀ ਉਹਨਾਂ ਚਿਰ। ਜਨਵਰੀ 'ਚ ਇਹ ਹਟਾਉਣ ਦਾ ਫੈਸਲਾ ਕਰਦਾ ਹੈ। ਫਰਵਰੀ 'ਚ ਚੋਣਾਂ ਹੁੰਦੀਆਂ। ਚੋਣਾਂ 'ਚ ਵਿਰੋਧੀ ਸਾਰੀਆਂ ਪਾਰਟੀਆਂ ਮਿਲ ਕੇ ਇੱਕੋ ਵਿਚਾਰਧਾਰਾ 'ਚ ਵੱਖੋ-ਵੱਖ ਵਿਚਾਰਧਾਰਾਵਾਂ ਇੱਕੋ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਪਾਰਟੀ ਬਣਾ ਲੈਂਦੀਆਂ, ਜਨਤਾ ਪਾਰਟੀ। ਕਿਹੜੀ ਪਾਰਟੀ? ਜਨਤਾ ਪਾਰਟੀ। ਤੇ ਚੋਣ ਨਿਸ਼ਾਨ ਰੱਖਦੀਆਂ ਆਪਣਾ ਹਲ। ਠੀਕ ਹੈ ਨਾ, ਹਲ ਚੋਣ ਨਿਸ਼ਾਨ ਰੱਖਦੀਆਂ ਤੇ ਚੋਣਾਂ 'ਚ ਖੜ ਜਾਂਦੀਆਂ। ਇੰਦਰਾ ਗਾਂਧੀ ਨੂੰ ਹਰਾ ਦਿੰਦੀਆਂ ਤੇ 77 ਚ ਪਹਿਲੀ ਵਾਰੀ ਨੌਨ ਕਾਂਗਰਸੀ ਸਰਕਾਰ ਇਸ ਦੇਸ਼ 'ਚ ਬਣਦੀ ਆ। ਕਈ ਪਾਰਟੀਆਂ ਮਿਲ ਕੇ ਬਣਾਉਂਦੀਆਂ। ਮੁਰਾਰਜੀ ਦੇਸਾਈ ਨੂੰ ਉਹ ਲਾ ਲੈਂਦੇ ਆ ਆਪਣਾ ਪ੍ਰਧਾਨ ਮੰਤਰੀ, ਜਿਹੜਾ ਕਿਸੇ ਟਾਈਮ ਕਾਂਗਰਸ 'ਚ ਹੁੰਦਾ ਸੀਗਾ, ਮੁਰਾਰਜੀ ਦੇਸਾਈ। ਤੇ ਚੌਧਰੀ ਚਰਨ ਸਿੰਘ ਨੂੰ ਲਾ ਲੈਂਦੇ ਆ ਡਿਪਟੀ ਪ੍ਰਧਾਨ ਮੰਤਰੀ, ਚੌਧਰੀ ਚਰਨ ਸਿੰਘ ਨੂੰ। ਸੋ 77 ਤੋਂ ਲੈ ਕੇ ਹੁਣ 82 ਤੱਕ, 1977 ਤੋਂ ਲੈ ਕੇ 82 ਤੱਕ ਇਹਨਾਂ ਨੇ ਸਰਕਾਰ ਚਲਾਉਣੀ ਹੈ, ਕਿਉਂਕਿ 5 ਸਾਲ। ਪਰ ਇਸ ਬੰਦੇ ਨੂੰ ਮੁਰਾਰਜੀ ਦੇਸਾਈ ਨੂੰ ਸਹੁੰ ਕੌਣ ਖਵਾਊਗਾ? ਰਾਸ਼ਟਰਪਤੀ ਸਹੁੰ ਖਵਾਉਂਦਾ ਹੈ, ਮਤਲਬ ਇਹਨੇ ਖਵਾਉਣੀ ਸੀ, ਪਰ ਹੋਇਆ ਨਹੀਂ ਇਦਾਂ। ਮਾਰਚ ਦੀ ਇਲੈਕਸ਼ਨ ਦਾ ਰਿਜ਼ਲਟ 24 ਮਾਰਚ ਨੂੰ ਨੇ ਸਹੁੰ ਖਾਣੀ ਸੀ। ਉਸ ਤੋਂ ਪਹਿਲਾਂ ਫਰਵਰੀ ਦੇ ਮਹੀਨੇ 'ਚ ਇਹਦੀ ਮੌਤ ਹੋ ਗਈ। ਆਪਣੇ ਕਾਰਜਕਾਲ 'ਚ ਮਰਨ ਵਾਲਾ ਦੂਜਾ ਰਾਸ਼ਟਰਪਤੀ ਸੀਗਾ, ਪਹਿਲਾ ਜ਼ਾਕਿਰ ਹੁਸੈਨ ਸੀ। ਜਦੋਂ ਰਾਸ਼ਟਰਪਤੀ ਦੀ ਮੌਤ ਹੋ ਜੇ, ਇਹਦੀ ਮੌਤ ਫਰਵਰੀ 'ਚ ਹੀ ਹੋ ਗਈ।
ਜਦੋਂ ਫਰਵਰੀ 'ਚ ਇਹਦੀ ਮੌਤ ਹੋਈ ਤਾਂ ਉਪ ਰਾਸ਼ਟਰਪਤੀ ਬੀਡੀ ਜੱਤੀ 6 ਮਹੀਨਿਆਂ ਲਈ ਰਾਸ਼ਟਰਪਤੀ ਬਣ ਗਿਆ, ਕਿਉਂਕਿ ਰਾਸ਼ਟਰਪਤੀ ਦੀ ਮੌਤ ਹੋਣ ਤੇ ਉਪ ਰਾਸ਼ਟਰਪਤੀ 6 ਮਹੀਨਿਆਂ ਤੱਕ ਰਾਸ਼ਟਰਪਤੀ ਰਹਿ ਸਕਦਾ ਹੈ। ਉਨੇ ਸਮੇਂ ਦੇ ਦੌਰਾਨ ਕਿਸੇ ਨਾ ਕਿਸੇ ਨੂੰ ਰਾਸ਼ਟਰਪਤੀ ਲਾਉਣਾ ਪੈਂਦਾ ਹੈ। ਯਾਦ ਆ 1969 ਦੀਆਂ ਚੋਣਾਂ 'ਚ ਰਾਸ਼ਟਰਪਤੀ ਕੌਣ ਬਣਿਆ ਸੀ? ਵੀਵੀ ਗਿਰੀ। ਉਹ ਕਿਹੜੀ ਪਾਰਟੀ ਦਾ ਸੀਗਾ? ਕਿਸੇ ਪਾਰਟੀ ਦਾ ਨਹੀਂ ਸੀਗਾ, ਉਹ ਇੰਡੀਪੈਂਡੈਂਟ ਸੀ, ਆਜ਼ਾਦ ਖੜ ਕੇ ਜਿੱਤ ਗਿਆ ਸੀ। ਉਹਨੇ ਹਰਾਇਆ ਕਿਹਨੂੰ ਸੀ? ਇੱਕ ਇੰਡੀਪੈਂਡੈਂਟ ਬੰਦੇ ਨੂੰ, ਉਹਨੂੰ ਕਾਂਗਰਸ ਦੇ ਕੈਂਡੀਡੇਟ ਨੂੰ ਹਰਾਇਆ ਸੀ। ਤੇ ਕਿਹੜੇ ਕਾਂਗਰਸ ਦੇ ਕੈਂਡੀਡੇਟ ਨੂੰ ਹਰਾਇਆ ਸੀ ਉਹਨੇ ਭਲਾ? ਉਹਨੇ ਹਰਾਇਆ ਸੀ ਕਾਂਗਰਸ ਦੇ ਕੈਂਡੀਡੇਟ ਐਨ ਸੰਜੀਵਾ ਰੈੱਡੀ ਨੂੰ। ਠੀਕ ਹੈ ਨਾ, ਇੱਕ ਬੰਦਾ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਹਾਰ ਗਿਆ ਸੀ, ਐਨ ਸੰਜੀਵਾ ਰੈੱਡੀ। ਕਿੰਨੀ ਬੇਇੱਜ਼ਤੀ ਕਰਾਈ ਆ। ਵਕਤ ਦਾ ਪਹੀਆ ਏ, ਇਹ ਐ ਘੁੰਮ ਜਾਂਦਾ ਹੈ। 1977 ਚ ਜਨਤਾ ਪਾਰਟੀ ਵਾਲਿਆਂ ਨੇ ਦੁਬਾਰਾ ਫੇਰ ਐਨ ਸੰਜੀਵਾ ਰੈੱਡੀ ਨੂੰ ਖੜਾ ਕਰਤਾ। ਇਸ ਵਾਰ ਉਹ ਕਾਂਗਰਸ ਚ ਥੋੜਾ ਸੀਗਾ, ਸਾਰੇ ਪਾਰਟੀ ਫੁੱਟੀ ਛੱਡ ਗਏ ਸੀ। ਜਨਤਾ ਪਾਰਟੀ ਨੇ ਐਨ ਸੰਜੀਵਾ ਰੈੱਡੀ ਨੂੰ ਰਾਸ਼ਟਰਪਤੀ ਦੀਆਂ ਚੋਣਾਂ 'ਚ ਖੜਾ ਕਰਤਾ ਤੇ ਇਸ ਵਾਰ ਕਾਂਗਰਸ 'ਚ ਹਿੰਮਤ ਨਹੀਂ ਸੀ ਕਿ ਉਹਦੇ ਬਰਾਬਰ ਕਿਸੇ ਨੂੰ ਖੜਾ ਕਰਦੇ। ਐਨ ਸੰਜੀਵਾ ਰੈੱਡੀ ਪਹਿਲਾ ਰਾਸ਼ਟਰਪਤੀ ਆ ਸਾਡੇ ਦੇਸ਼ ਦਾ ਜਿਹੜਾ ਬਿਨਾਂ ਕਿਸੇ ਵਿਰੋਧ, ਨਿਰਵਿਰੋਧ ਚੁਣਿਆ ਗਿਆ, ਅਨਅਪੋਜ਼ਡ ਰਾਸ਼ਟਰਪਤੀ ਬਣਿਆ ਤੇ ਸਭ ਤੋਂ ਛੋਟੀ ਉਮਰ ਦਾ ਰਾਸ਼ਟਰਪਤੀ ਬਣਿਆ। ਉਹ ਬਣਿਆ ਰਾਸ਼ਟਰਪਤੀ 1977 ਦੇ ਵਿੱਚ। ਤੇ ਜਦੋਂ ਉਹ 1977 ਦੇ ਵਿੱਚ ਰਾਸ਼ਟਰਪਤੀ ਬਣਿਆ ਤੇ ਜਿਹੜਾ ਉਹ ਸੀ ਆਪਣਾ ਬੀਡੀ ਜੱਦੀ, ਉਹਨੂੰ ਵਾਪਸ ਆਪਣੀ ਰਾਸ਼ਟਰਪਤੀ ਦੀ ਕੁਰਸੀ ਤੇ ਜਾਣਾ ਪੈ ਗਿਆ। ਠੀਕ ਹੈ ਜੀ, ਆਪਾਂ ਗੱਲ ਕਰਦੇ ਹਾਂ ਐਨ ਸੰਜੀਵਾ ਰੈੱਡੀ ਦੀ। ਆ ਰਿਹਾ ਜੀ 77 ਤੋਂ ਲੈ ਕੇ 82 ਤੱਕ ਰਾਸ਼ਟਰਪਤੀ ਇਹ ਬਣਿਆ। 82 ਚ ਜਦੋਂ ਇਹ ਰਿਟਾਇਰ ਹੋਇਆ ਤੇ ਰਾਸ਼ਟਰਪਤੀ ਬਣਿਆ ਗਿਆਨੀ ਜੈਲ ਸਿੰਘ, ਪਹਿਲਾ ਸਿੱਖ ਰਾਸ਼ਟਰਪਤੀ। 87 ਚ ਇਹ ਰਿਟਾਇਰ ਹੋਇਆ ਤੇ ਵੈਂਕਟਿਆ ਰਮਨ 87 ਤੋਂ 92 ਤੱਕ ਰਾਸ਼ਟਰਪਤੀ ਇਹ। ਜਦੋਂ ਇਹ ਰਿਟਾਇਰ ਹੋਇਆ ਤਾਂ 92 ਤੋਂ 97 ਤੱਕ ਸ਼ੰਕਰ ਦਿਆਲ ਸ਼ਰਮਾ। ਠੀਕ ਹੈ ਜੀ, 92 ਤੋਂ 97 ਤੱਕ ਸ਼ੰਕਰ ਦਿਆਲ ਸ਼ਰਮਾ। ਜਿੰਦਾ ਸੁੱਖਾ ਦੋ ਕਿਰਦਾਰ ਨੇ ਪੰਜਾਬ ਦੇ ਵਿੱਚ ਬੜੇ ਮਸ਼ਹੂਰ। ਉਹਨਾਂ ਨੇ ਇਹਦੇ ਜਵਾਈ ਨੂੰ ਤੇ ਇਹਦੀ ਕੁੜੀ ਨੂੰ ਮਾਰਿਆ ਸੀਗਾ, ਸ਼ੰਕਰ ਦਿਆਲ ਸ਼ਰਮਾ ਦੀ। ਫਿਰ ਉਹਨਾਂ ਨੂੰ ਹੋਈ ਸੀਗੀ ਮੌਤ ਦੀ ਸਜ਼ਾ, ਤੇ ਮੌਤ ਦੀ ਸਜ਼ਾ ਤੇ ਮਾਫੀ ਕੌਣ ਦਿੰਦਾ ਭਲਾ? ਰਾਸ਼ਟਰਪਤੀ। ਤੇ ਕਿਆ ਵਿਡੰਬਣਾ ਸੀ ਕਿ ਉਹਨਾਂ ਦੀ ਮੌਤ ਦੀ ਸਜ਼ਾ ਤੇ ਜਿਹੜੀ ਮਾਫੀ ਦੀ ਅਪੀਲ ਸੀਗੀ ਨਾ, ਉਹ ਜਿਸ ਰਾਸ਼ਟਰਪਤੀ ਕੋਲ ਗਈ ਸੀ ਉਹੀ ਸੀ। ਮਤਲਬ ਉਹਦੇ ਧੀ ਤੇ ਜਵਾਈ ਦੇ ਆਰੋਪੀਆਂ ਦੀ ਜਿਹੜੀ ਮਰਸੀ ਪਟੀਸ਼ਨ ਆ, ਮਾਫੀ ਦੀ ਅਰਜੀ ਆ, ਉਹ ਉਹਦੇ ਪਿਓ ਕੋਲ ਹੀ ਚਲੇਗੀ। ਖੈਰ ਮੈਂ ਤਾਂ ਸਿਰਫ ਫੈਕਟ ਦੱਸਣੇ ਆ, ਚੰਗੀ ਮਾੜੀ ਗੱਲ ਮੇਰੇ ਵਾਸਤੇ ਨਹੀਂ, ਮੈਂ ਕੋਈ ਇਤਿਹਾਸਕਾਰ ਨਹੀਂ, ਮੈਂ ਤਾਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਾਂ ਅਸੀਂ ਯਾਦ ਰੱਖ ਸਕਦੇ ਆ। 92 ਤੋਂ ਲੈ ਕੇ 97 ਤੋਂ ਲੈ ਕੇ 2002 ਤੱਕ KR ਨਾਰਾਇਣਨ ਇਸ ਦੇਸ਼ ਦੇ ਪਹਿਲੇ ਦਲਿਤ ਰਾਸ਼ਟਰਪਤੀ। 2002 ਤੋਂ ਲੈ ਕੇ 7 ਤੱਕ APJ ਅਬਦੁਲ ਕਲਾਮ। ਇਹਨਾਂ ਨੂੰ BJP ਵਾਲੇ ਅੱਗੇ ਲੈ ਕੇ ਆਏ ਸੀ, ਤਾਂ BJP ਵੀ ਦੇਖ ਲਓ ਪਾਰਟੀ ਆ। APJ ਅਬਦੁਲ ਕਲਾਮ ਮਿਜ਼ਾਈਲ ਮੈਨ ਆਫ ਇੰਡੀਆ। 7 ਤੋਂ 12 ਪ੍ਰਤਿਭਾ ਪਾਟਿਲ, ਠੀਕ ਆ, ਪਹਿਲੀ ਔਰਤ ਰਾਸ਼ਟਰਪਤੀ। 12 ਤੋਂ 17 ਤੱਕ ਪ੍ਰਣਬ ਮੁਖਰਜੀ ਤੇ 17 ਤੋਂ ਲੈ ਕੇ ਹੁਣ ਤੱਕ ਰਾਮਨਾਥ ਕੋਵਿੰਦ। ਇਹ ਸਾਡੇ ਦੇਸ਼ ਦੇ ਉਹ ਰਾਸ਼ਟਰਪਤੀ ਨੇ ਜਿਹੜੇ ਰਾਸ਼ਟਰਪਤੀ ਹੋਣ ਤੋਂ ਪਹਿਲਾਂ ਗਵਰਨਰ ਸੀਗੇ, ਬਿਹਾਰ ਦੇ ਗਵਰਨਰ ਸੀਗੇ ਇਹ। ਉਮੀਦ ਕਰਦਾ ਕਿ ਕਹਾਣੀ ਕਲੀਅਰ ਹੋ ਗਈ ਹੋਊਗੀ। ਠੀਕ ਹੈ ਜੀ, ਹੁਣ ਕੀ ਹੋਇਆ 77 ਦੇ ਵਿੱਚ 77 ਦੇ ਵਿੱਚ ਚੋਣਾਂ ਹੋਈਆਂ ਤੇ ਪਹਿਲੀ ਵਾਰੀ ਨੌਨ ਕਾਂਗਰਸੀ ਸਰਕਾਰ ਦੇਸ਼ 'ਚ ਬਣੀ ਹੈ। ਸੂਬਿਆਂ 'ਚ ਪਹਿਲੀ ਵਾਰੀ ਨੌਨ ਕਾਂਗਰਸੀ ਸਰਕਾਰ ਕੇਰਲਾ 'ਚ ਬਣੀ ਸੀ, ਇਹ ਤਾਂ ਪਤਾ ਹੀ ਹੈ ਸਾਰਿਆਂ ਨੂੰ। ਤੇ ਦੇਸ਼ ਦੇ ਮਾਮਲੇ 'ਚ ਦੇਖੀਏ ਤਾਂ ਪਹਿਲੀ ਨਾਨ ਕਾਂਗਰਸੀ ਸਰਕਾਰ ਬਣੀ ਆ 1977 ਤੇ ਮੁਰਾਰਜੀ ਦੇਸਾਈ ਪਹਿਲੇ ਨੌਨ ਕਾਂਗਰਸੀ ਪ੍ਰਧਾਨ ਮੰਤਰੀ। ਆਉਂਦੇ ਸਾਰ ਹੀ ਉਹਨਾਂ ਨੇ ਕਹਿਤਾ ਕਿ ਇੰਦਰਾ ਗਾਂਧੀ ਦੇ ਖਿਲਾਫ ਪਰਚੇ ਪਾਓ, ਜਿਹੜੀ ਉਹਨੇ ਧੱਕੇਸ਼ਾਹੀ ਸਾਡੇ ਨਾਲ ਕਰੀ ਉਹਦੇ ਨਾਲ ਕਰੋ। ਉਹਦੇ ਖਿਲਾਫ ਕਮਿਸ਼ਨ ਬਿਠਾਤਾ, ਇੱਕ ਕਮਿਸ਼ਨ ਹੀ ਬਿਠਾ ਦਿੰਦੇ ਹੁੰਦੇ ਕਿ ਜਾਂਚ ਕਰਕੇ ਦੱਸ, ਜਿਵੇਂ ਆਪਾਂ ਕਹਿ ਦਿੰਦੇ ਹੁਣ ਵੀ ਕਮਿਸ਼ਨ ਬਣਦੀ ਆ ਕਿ ਬੇਅਦਬੀ ਦੇ ਕਮਿਸ਼ਨ ਬਣਾ ਦਿਓ, ਫਲਾਣਾ ਢਮਕਾਣਾ। ਉਦੋਂ ਬਣਿਆ ਸ਼ਾਹ ਕਮਿਸ਼ਨ। ਸ਼ਾਹ ਕਮਿਸ਼ਨ ਨੇ ਵੀ ਕਿਹਾ ਕਿ ਧੱਕੇਸ਼ਾਹੀ ਦੇ ਇੰਦਰਾ ਗਾਂਧੀ ਨੂੰ ਅਰੈਸਟ ਕਰਨ ਚਲੇ ਗਏ ਲੋਕ। ਇੰਦਰਾ ਗਾਂਧੀ ਨੇ ਧੱਕੇਸ਼ਾਹੀ ਘੱਟ ਕੀਤੀ ਸੀ। ਇੰਦਰਾ ਗਾਂਧੀ ਦੇ ਦੋ ਮੁੰਡੇ ਸੀ, ਵੱਡਾ ਮੁੰਡਾ ਰਾਜੀਵ ਗਾਂਧੀ, ਛੋਟਾ ਸੰਜੇ ਗਾਂਧੀ। ਰਾਜੀਵ ਗਾਂਧੀ ਤਾਂ ਬਿਜ਼ੀ ਸੀ ਆਪਣੀ ਪਰਸਨਲ ਲਾਈਫ 'ਚ ਆਪਣੀ ਵਾਈਫ ਸੋਨੀਆ ਗਾਂਧੀ ਨਾਲ। ਛੋਟਾ ਮੁੰਡਾ ਜਿਹੜਾ ਸੰਜੇ ਗਾਂਧੀ ਸੀ ਉਹ ਇੰਦਰਾ ਗਾਂਧੀ ਦੇ ਨਾਲ ਇਹਨਾਂ ਸਾਰੀਆਂ ਐਟਰੋਸਿਟੀਜ਼ 'ਚ, ਇਹਨਾਂ ਸਾਰੀਆਂ ਧੱਕੇਸ਼ਾਹੀਆਂ 'ਚ ਇਨਵੋਲਵਡ ਸੀਗਾ। ਸੰਜੇ ਗਾਂਧੀ ਨੂੰ ਵੀ ਅਰੈਸਟ ਕੀਤਾ ਗਿਆ, ਇੰਦਰਾ ਗਾਂਧੀ ਵੀ ਅਰੈਸਟ ਹੋਈ ਇਸੇ ਸਮੇਂ ਦੌਰਾਨ। ਮਾੜਾ ਵਕਤ ਜਦੋਂ ਆਉਂਦਾ ਹੈ, ਬਸ ਇੰਦਰਾ ਗਾਂਧੀ ਨੇ ਇਸ ਵਾਰ ਗਲਤੀ ਨਹੀਂ ਕੀਤੀ, ਮਾੜਾ ਵਕਤ ਬੜੇ ਸਬਰ ਨਾਲ ਕੱਟਿਆ। ਠੀਕ ਹੈ, 1977 ਤੋਂ ਲੈ ਕੇ 80 ਤੱਕ ਪ੍ਰਧਾਨ ਮੰਤਰੀ ਨਹੀਂ ਸੀਗੀ। ਚੌਧਰੀ ਚਰਨ ਸਿੰਘ ਡਿਪਟੀ ਪ੍ਰਧਾਨ ਮੰਤਰੀ ਤੇ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ। 2 ਸਾਲਾਂ ਬਾਅਦ ਹੀ ਚੌਧਰੀ ਚਰਨ ਸਿੰਘ ਦੇ ਦਿਮਾਗ 'ਚ ਗੱਲ ਆਈ ਕਿ ਮੈਂ ਪ੍ਰਧਾਨ ਮੰਤਰੀ ਕਿਉਂ ਨਹੀਂ। ਕਹਿੰਦਾ ਮੇਰੇ ਬੰਦੇ ਜਿਹੜੇ ਮੇਰੇ ਨਾਲ ਆ ਇਹਦੇ ਨਾਲ ਮਿਲ ਕੇ ਤਾਂ ਸਾਡੇ ਲੋਕ ਸਭਾ ਦੇ ਵਿੱਚ ਬੰਦੇ ਪੂਰੇ ਹੋਏ ਆ ਅੱਧ ਤੋਂ ਵੱਧ।
ਜੇ ਮੈਂ ਖਿਸਕ ਜਾਂ ਫਿਰ ਕੀ ਹੋਊਗਾ, ਖਿਸਕ ਗਿਆ। ਮੁਰਾਰਜੀ ਦੇਸਾਈ ਨੂੰ ਅਸਤੀਫਾ ਦੇਣਾ ਪੈ ਗਿਆ ਤੇ ਆਪ ਕਹਿੰਦਾ ਜੀ ਮੇਰੇ ਨਾਲ ਅੱਧ ਚੋਂ ਮੇਰੇ ਨਾਲ ਇੰਨੇ ਬੰਦੇ ਹੈਗੇ ਆ ਕਿ ਮੈਂ ਪ੍ਰਧਾਨ ਮੰਤਰੀ ਬਣ ਸਕਦਾ। ਪਹਿਲਾਂ ਤਾਂ ਉਹਨਾਂ ਸਾਰਿਆਂ ਨੇ ਕਹਿਤਾ ਕਿ ਹਾਂਜੀ ਹਾਂਜੀ ਅਸੀਂ ਤੇਰੇ ਨਾਲ ਆ। ਚੌਧਰੀ ਚਰਨ ਸਿੰਘ ਅਗਲਾ ਪ੍ਰਧਾਨ ਮੰਤਰੀ ਬਣ ਗਿਆ, ਮੁਰਾਰਜੀ ਦੇਸਾਈ ਦੀ ਸਰਕਾਰ ਡੇਗੀ, ਉਹਨੇ ਅਸਤੀਫਾ ਦੇਤਾ। ਚੌਧਰੀ ਚਰਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣਿਆ ਉਹਦੇ ਨਾਲ ਦੇ ਉਹਨੂੰ ਕਹਿੰਦੇ ਕਿ ਜਿੱਦਣ ਤੇਰੀ ਲੋਕ ਸਭਾ 'ਚ ਟੈਸਟ ਹੋਊਗਾ ਨਾ ਕਿ ਤੇਰੇ ਨਾਲ 50% ਬੰਦੇ ਹੈਗੇ ਆ, ਉਦੋਂ ਅਸੀਂ ਕਵਾਂਗੇ ਕਿ ਅਸੀਂ ਹੈਗੇ ਆ। ਪ੍ਰਧਾਨ ਮੰਤਰੀ ਪਹਿਲਾਂ ਬਣ ਜਾਂਦਾ ਹੈ ਰਾਸ਼ਟਰਪਤੀ ਨੂੰ ਵੈਸੇ ਹੀ ਕਹਿ ਕੇ ਕਿ ਹਾਂ ਮੇਰੇ ਨਾਲ ਬੰਦੇ ਹੈਗੇ ਆ। ਰਾਸ਼ਟਰਪਤੀ ਨੇ ਕਿਹਾ ਕਿ ਫਲਾਣੇ ਦਿਨ ਤੇਰਾ ਟੈਸਟ ਹੋਊਗਾ। ਲੋਕ ਸਭਾ 'ਚ ਜਿਸ ਦਿਨ ਟੈਸਟ ਸੀ ਉਸ ਤੋਂ ਪਹਿਲਾਂ ਮੁੱਕਰ ਗਏ। ਕਿਹਾ ਜਾਂਦਾ ਹੈ ਕਿ ਚੌਧਰੀ ਚਰਨ ਸਿੰਘ ਇਹੋ ਜਿਹਾ ਰਾਸ਼ਟਰਪਤੀ ਆ ਜਿਹਨੇ ਲੋਕ ਸਭਾ ਵੀ ਨਹੀਂ ਦੇਖੀ। ਉਹ ਇਹਦਾ ਮਤਲਬ ਇਹ ਨਹੀਂ ਕਿ ਲੋਕ ਸਭਾ ਦੇ ਅੰਦਰ ਕਦੀ ਗਿਆ ਨਹੀਂ, ਇਹਦਾ ਮਤਲਬ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਬੰਦਾ ਲੋਕ ਸਭਾ ਦੇ ਵਿੱਚ ਆਪਣਾ ਬਹੁਮਤ ਵੀ ਸਾਬਤ ਨਹੀਂ ਕਰ ਸਕਿਆ। 80 ਚੋਂ ਵੀ ਗਿਆ। ਹੁਣ ਨਾ ਉਹ ਪ੍ਰਧਾਨ ਮੰਤਰੀ ਬਣਨ ਜੋਗਾ ਨਾ ਇਹ ਪ੍ਰਧਾਨ ਮੰਤਰੀ ਬਣਨ ਜੋਗਾ। ਰਾਸ਼ਟਰਪਤੀ ਫਿਰ ਵਿੱਚ ਕਹੀ ਜਾਵੇ ਕਿ ਭਈ ਆ ਜਾਓ ਜੇ ਕਿਸੇ ਕੋਲ 50% ਤੋਂ ਵੱਧ ਬੰਦੇ ਆ। ਜਦੋਂ ਰਾਸ਼ਟਰਪਤੀ ਨੂੰ ਲੱਗੇ ਕਿ ਕਿਸੇ ਕੋਲ ਨਹੀਂ ਹੈਗਾ, ਰਾਸ਼ਟਰਪਤੀ ਕਹਿ ਦਿੰਦਾ ਫਿਰ ਇਸ ਵਾਰ ਵਾਲੀ ਲੋਕ ਸਭਾ ਭੰਗ ਕਰ ਦਿੱਤੀ ਜਾਂਦੀ ਹੈ, ਦੁਬਾਰਾ ਚੋਣਾਂ ਕਰਾਈਆਂ ਜਾਣਗੀਆਂ। ਦੁਬਾਰਾ 3 ਸਾਲ ਬਾਅਦ ਹੀ ਚੋਣਾਂ ਹੋ ਜਾਂਦੀਆਂ ਤੇ ਹੈਰਾਨੀ ਵਾਲੀ ਗੱਲ ਆ ਪ੍ਰਧਾਨ ਮੰਤਰੀ ਪਤਾ ਕੌਣ ਬਣਦਾ ਹੈ? ਫਿਰ ਇੰਦਰਾ ਗਾਂਧੀ। 80 ਤੋਂ ਲੈ ਕੇ 85 ਤੱਕ ਹੁਣ ਪ੍ਰਧਾਨ ਮੰਤਰੀ ਰਹੂਗੀ ਇੰਦਰਾ ਗਾਂਧੀ ਇਸ ਦੇਸ਼ ਦੀ, ਠੀਕ ਹੈ ਜੀ। ਜਦੋਂ 80 ਤੋਂ ਲੈ ਕੇ 85 ਤੱਕ ਇੰਦਰਾ ਗਾਂਧੀ, ਮੁਰਾਰਜੀ ਦੇਸਾਈ, ਚਰਨ ਸਿੰਘ ਤੋਂ ਬਾਅਦ ਅਗਲੀ ਪ੍ਰਧਾਨ ਮੰਤਰੀ ਇੱਥੇ ਆਊਗੀ ਇੰਦਰਾ ਗਾਂਧੀ 80 ਤੋਂ 84 ਤੱਕ, ਠੀਕ ਹੈ ਨਾ। 80 ਤੋਂ ਲੈ ਕੇ 84 ਤੱਕ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣਦੀ ਹੈ, ਇਸ ਸਮੇਂ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਫਸ ਜਾਂਦੀ ਆ ਕੇ, ਠੀਕ ਹੈ। ਕਿਉਂਕਿ ਉਸ ਟਾਈਮ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਮੂਵਮੈਂਟ ਚੱਲ ਰਹੀ ਸੀਗੀ ਜਿਹਨੂੰ ਚੰਗੀ ਮਾੜੀ ਤਾਂ ਨਹੀਂ ਮੈਂ ਕਹਿ ਸਕਦਾ, ਬਟ ਇੱਕ ਗੱਲ ਜ਼ਰੂਰ ਆ ਕਿ ਉਸ ਮੂਵਮੈਂਟ ਕਰਕੇ ਪੰਜਾਬ ਜਿਹੜਾ ਸੀਗਾ ਉਹ ਬਹੁਤ ਅਜੀਬੋ-ਗਰੀਬ ਹਾਲਤ ਦੇ ਵਿੱਚ ਫਸ ਕੇ ਬੈਠ ਗਿਆ ਸੀਗਾ, ਠੀਕ ਹੈ। ਇੰਦਰਾ ਗਾਂਧੀ ਉਸ ਮੂਵਮੈਂਟ ਦੇ ਵਿੱਚ ਕਾਂਗਰਸ ਨੇ ਬਹੁਤ ਫਾਇਦਾ ਲਿਆ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਉਸ ਮੂਵਮੈਂਟ ਦਾ ਫਾਇਦਾ ਚੱਕਿਆ ਤੇ ਇੰਦਰਾ ਗਾਂਧੀ ਦੀ ਉਸ ਮੂਵਮੈਂਟ ਦੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਇਸ ਲੈਵਲ ਤੱਕ ਦੀ ਟੱਸਲ ਹੋ ਗਈ ਕਿ ਉਹਨੇ ਇੱਕ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਰਾਈਨ ਤੇ ਹਮਲਾ ਕਰਵਾਤਾ 84 ਚ, ਠੀਕ ਆ। ਤੇ ਉੱਥੇ ਬਹੁਤ ਲੋਕ ਮਾਰੇ ਗਏ, ਠੀਕ ਆ। ਜਿਨ੍ਹਾਂ ਨੂੰ ਐਕਸਟ੍ਰੀਮਿਸਟ ਖਾੜਕੂ ਗਰਮ ਖਿਆਲੀ ਕਹਿੰਦੀ ਸੀ ਉਹ ਵੀ ਮਾਰੇ ਗਏ ਸਾਰੇ। ਖੈਰ ਇੰਦਰਾ ਗਾਂਧੀ ਨੂੰ ਬਾਅਦ ਚ 2 ਸਿੱਖ ਉਹਦੇ ਬਾਡੀਗਾਰਡ ਸੀਗੇ ਜਿਨ੍ਹਾਂ ਨੇ ਉਹਨੂੰ ਅਸੈਸੀਨੇਟ ਕਰਤਾ 31 ਅਕਤੂਬਰ ਨੂੰ ਉਸੇ ਸਾਲ 84 ਵਾਲੇ ਸੀ। ਇੰਦਰਾ ਗਾਂਧੀ 80 ਚ ਪ੍ਰਧਾਨ ਮੰਤਰੀ ਬਣੀ ਸੀ ਤੇ 85 ਚ ਇਲੈਕਸ਼ਨ ਹੋਣੇ ਸੀ, ਪਰ ਹੋਇਆ ਕਿ 84 ਚ ਉਹ ਪ੍ਰਧਾਨ ਮੰਤਰੀ ਦੀ ਮੌਤ ਹੋ ਗਈ। ਤੇ ਤੁਹਾਨੂੰ ਪਤਾ ਜਦੋਂ ਕਿਸੇ ਪ੍ਰਧਾਨ ਮੰਤਰੀ ਦੀ ਮੌਤ ਹੋ ਜੇ ਤਾਂ ਉਸੇ ਦੀ ਪਾਰਟੀ ਦਾ ਹੀ ਕੋਈ ਬੰਦਾ ਅਗਲਾ ਪ੍ਰਧਾਨ ਮੰਤਰੀ ਬਣਦਾ ਹੈ, ਉਹਨੇ ਇੱਕ ਸਮੇਂ ਲਈ ਜਿੰਨਾ ਕੁ ਬਚਿਆ ਮਗਰ। ਇੰਦਰਾ ਗਾਂਧੀ ਦਾ ਛੋਟਾ ਮੁੰਡਾ ਸੰਜੇ ਗਾਂਧੀ ਜਿਹੜਾ ਕਿ ਪੋਲਿਟਿਕਸ 'ਚ ਉਹਦੇ ਬਰਾਬਰ ਖੜਦਾ ਸੀਗਾ, ਉਹਦੀ 80 ਚ ਹੀ ਮੌਤ ਹੋ ਗਈ ਸੀ ਪਲੇਨ ਕ੍ਰੈਸ਼ 'ਚ। ਬਚਿਆ ਇੱਕੋ ਮੁੰਡਾ ਰਾਜੀਵ ਗਾਂਧੀ, ਵੱਡਾ ਮੁੰਡਾ ਜਿਹੜਾ ਪਹਿਲਾਂ ਆਪਣੀ ਪਰਸਨਲ ਲਾਈਫ 'ਚ ਬਿਜੀ ਸੀਗਾ। ਉਹਨੂੰ ਸਵੇਰੇ ਉਹਨਾਂ ਦੀ ਮੌਤ ਹੁੰਦੀ ਹੈ ਤੇ ਸ਼ਾਮੀ ਉਹਨੂੰ ਪ੍ਰਧਾਨ ਮੰਤਰੀ ਲਾ ਦਿੱਤਾ ਜਾਂਦਾ ਹੈ ਤੇ ਉਹਨੂੰ ਕਿਹਾ ਜਾਂਦਾ ਹੈ ਕਿ 80 ਦੀਆਂ ਚੋਣਾਂ ਤੋਂ ਬਾਅਦ ਹੁਣ 85 ਚ ਚੋਣਾਂ ਹੋਣਗੀਆਂ ਜੁਲਾਈ ਅਗਸਤ ਚ ਜਾ ਕੇ। ਸਤੰਬਰ ਦੀ ਜੁਲਾਈ ਅਗਸਤ ਤੋਂ ਮਤਲਬ ਕਿ 80 ਦੀ ਜੁਲਾਈ ਅਗਸਤ ਤੋਂ 85 ਦੀ ਜੁਲਾਈ ਅਗਸਤ। ਪਰ ਉਹ ਕਹਿੰਦਾ ਕਿ ਆਪਾਂ ਇਦਾਂ ਕਰਦੇ ਆਂ, ਚਲੋ ਮਾਂ ਪਿਓ ਤਾਂ ਹੁਣ ਜਿਹੜੀ ਮਾਂ ਨੇ ਤਾਂ ਚਲੇਗੀ ਹੁਣ ਆਪਾਂ ਬਹੁਤ ਦੂਰ ਨਹੀਂ ਚੋਣਾਂ ਲੈ ਕੇ ਜਾਂਦੇ। ਪੋਲਿਟਿਕਸ 'ਚ ਇਹ ਵੀ ਹੁੰਦਾ ਹੈ ਕਿ ਚਲੋ ਜੋ ਹੋ ਗਿਆ ਸੋ ਹੋ ਗਿਆ, ਹੁਣ ਜੋ ਸਾਡੇ ਕੋਲ ਹੈਗਾ ਹੈ ਅਸੀਂ ਉੱਥੋਂ ਇੱਕ ਪੋਲੀਟੀਕਲ ਮਾਈਲੇਜ ਲੈ ਸਕੀਏ। ਤਾਂ ਰਾਜੀਵ ਗਾਂਧੀ ਕੀ ਕਰਦਾ ਹੈ, ਦਸੰਬਰ ਦੇ ਵਿੱਚ ਹੀ ਸਰਕਾਰ 6 ਮਹੀਨੇ ਪਹਿਲਾਂ ਹੀ ਭੰਗ ਕਰ ਦਿੰਦਾ ਹੈ ਤੇ ਦਸੰਬਰ 'ਚ ਚੋਣਾਂ ਕਰਵਾ ਲੈਂਦਾ 84 ਚ, ਕਿਉਂਕਿ ਲੋਕਾਂ ਦੀ ਸਿੰਪਥੀ ਇੰਦਰਾ ਗਾਂਧੀ ਦੇ ਨਾਲ ਸੀਗੀ ਕਿ ਉਹਨੇ ਦੇਸ਼ ਦੀ ਜਾਨ ਦਿੱਤੀ ਹੈ। 80 ਦੀਆਂ ਚੋਣਾਂ 'ਚ ਕਾਂਗਰਸ ਅੱਜ ਤੱਕ ਦੀਆਂ ਸਭ ਤੋਂ ਵੱਧ ਲੋਕ ਸਭਾ ਦੀਆਂ ਸੀਟਾਂ ਜਿੱਤ ਕੇ ਗਈ ਹੈ। ਇੰਨੀਆਂ ਕਦੀ ਨਹਿਰੂ ਦੇ ਵੇਲੇ ਨਹੀਂ ਜਿੱਤੀਆਂ ਜਿੰਨੀਆਂ ਰਾਜੀਵ ਗਾਂਧੀ ਦੇ ਵੇਲੇ ਜਿੱਤ ਗਏ। 84 ਤੋਂ ਲੈ ਕੇ 99 ਤੱਕ 89 ਤੱਕ ਹੁਣ ਰਾਜੀਵ ਗਾਂਧੀ ਦੀ ਸਰਕਾਰ ਨਿਸ਼ਚਿਤ ਹੋ ਕੇ ਚੱਲਣੀ ਸੀਗੀ। ਰਾਜੀਵ ਗਾਂਧੀ 84 ਤੋਂ ਲੈ ਕੇ 89 ਤੱਕ ਇਸ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣਗੇ। ਇਸੇ ਦੌਰਾਨ 82 ਦੇ ਵਿੱਚ ਰਾਸ਼ਟਰਪਤੀ ਬਣੇ ਸੀਗੇ ਗਿਆਨੀ ਜੈਲ ਸਿੰਘ ਤੇ 87 ਦੇ ਵਿੱਚ ਵੈਂਕਈਆ ਰਮਨ, ਉੱਪਰ ਪੜ੍ਹਾ ਚੁੱਕਿਆ ਮੈਂ। ਹੁਣ ਰਾਜੀਵ ਗਾਂਧੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੈ 84 ਤੋਂ ਲੈ ਕੇ 89 ਤੱਕ ਤੇ ਉਹਨਾਂ ਦੀ ਇਹ 5 ਸਾਲ ਦੀ ਸਿਆਸਤ ਬੜੀ ਅਜੀਬੋ-ਗਰੀਬ ਰਹੀ ਹੈ, ਠੀਕ ਹੈ। ਉਹ ਬੜੇ ਕਹਿ ਲਓ ਕਿ ਬੜਾ ਕੁਝ ਉਹਨਾਂ ਨੇ ਇਸ ਦੇਸ਼ ਵਾਸਤੇ ਕੀਤਾ। ਜਿਵੇਂ ਪਹਿਲਾਂ ਇਸ ਦੇਸ਼ ਨਾ ਇੱਕ ਪੋਲੀਟੀਕਲ ਪਾਰਟੀ ਚੋਂ ਇੱਕ ਐਮਐਲਏ ਦੂਜੀ ਚ ਪਤਾ ਚੱਲ ਜਾਂਦੇ ਸੀ, ਜਿਹੜੀ ਪਾਰਟੀ ਜਿੱਤਦੀ ਸੀ ਉਧਰ ਨੂੰ ਐਮਐਲਏ ਚੱਲ ਜਾਂਦੇ ਸੀ। ਇਹਨਾਂ ਨੇ ਕਹਿਤਾ ਕਿ ਜਿਹੜਾ ਐਮਐਲਏ ਜਾਂ ਐਮਪੀ ਆਪਣੀ ਪਾਰਟੀ ਛੱਡ ਕੇ ਜਾਊਗਾ
ਉਹਦੇ ਤੇ ਦਲ ਬਦਲੂ ਕਾਨੂੰਨ ਦੇ ਤਹਿਤ ਕਾਰਵਾਈ ਹੋਊਗੀ ਤੇ ਉਹਦੀ ਐਮਐਲਏਸ਼ਿਪ ਤੇ ਐਮਪੀਸ਼ਿਪ ਖਤਮ। ਇਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਐਂਟੀ ਡਿਫੈਕਸ਼ਨ ਲਾਅ ਤੇ ਪੰਜਾਬੀ 'ਚ ਕਹਿੰਦੇ ਆ ਦਲ ਬਦਲੂ ਕਾਨੂੰਨ। ਇਹ ਲੈ ਕੇ ਕੌਣ ਆਇਆ ਸੀ? 1985 'ਚ ਰਾਜੀਵ ਗਾਂਧੀ। ਪਹਿਲੀ ਗੱਲ। ਹੁਣ ਅੱਗੇ ਸੁਣੋ। ਇਸੇ ਸਮੇਂ ਦੌਰਾਨ ਇੰਡੀਆ ਦੀ ਨਾ, ਹੁਣ ਥੋੜੇ ਜਿਹੇ ਕਿੱਸੇ 'ਚ ਵਾਪਸ ਚੱਲੋ ਤਾਂ ਕਿ ਸਮਝ ਆਵੇ ਰਾਜੀਵ ਗਾਂਧੀ ਨੇ ਕੀ ਕੀ ਕੀਤਾ ਇਸ ਦੇਸ਼ ਲਈ, ਉਹ ਵੀ ਸਮਝਣਾ ਜ਼ਰੂਰੀ ਹੈ। ਭਾਰਤ ਦੇ ਨਾਲ ਇੱਕ ਦੇਸ਼ ਹੈ ਸ਼੍ਰੀਲੰਕਾ। ਭਾਰਤ ਦੇ ਨਾਲ ਇੱਕ ਦੇਸ਼ ਹੈ ਕਿਹੜਾ? ਸ਼੍ਰੀਲੰਕਾ। ਸ਼੍ਰੀਲੰਕਾ ਤੇ ਇੱਥੇ ਇੱਕ ਦੇਸ਼ ਸੂਬਾ ਭਾਰਤ ਦਾ ਤਮਿਲਨਾਡੂ। ਜਦੋਂ ਅੰਗਰੇਜ਼ ਇਸ ਦੇਸ਼ 'ਚ ਸੀ ਨਾ 1900 ਤੋਂ ਲੈ ਕੇ 1910 ਤੱਕ, ਜਦੋਂ ਇਸ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀਗਾ 1900 ਤੋਂ ਲੈ ਕੇ 1910 ਤੱਕ, ਉਸ ਵੇਲੇ ਇੱਕ ਕਹਾਣੀ ਬੜੀ ਸੀ ਕਿ ਅੰਗਰੇਜ਼ ਨਾ 1910 ਚ ਬੜੇ ਤਮਿਲ ਲੋਕਾਂ ਨੂੰ ਸ਼੍ਰੀਲੰਕਾ ਲੈ ਕੇ ਗਏ ਸੀਗੇ, ਕਿਉਂਕਿ ਆ ਵੀ ਸ਼੍ਰੀਲੰਕਾ ਵੀ ਉਹਨਾਂ ਦਾ ਗੁਲਾਮ ਸੀ ਤੇ ਆ ਵੀ। ਕਹਿੰਦੇ ਜਿਹੜੀ ਚਾਹ ਤੇ ਕਾਫੀ ਦੀ ਖੇਤੀ ਇੱਥੇ ਹੁੰਦੀ ਹੈ ਤਮਿਲਨਾਡੂ 'ਚ, ਅਸੀਂ ਇੱਥੇ ਵੀ ਕਰਾਉਣੀ ਆ ਲੋਕਾਂ ਤੋਂ। ਸੋ ਉੱਥੇ ਲੈ ਗਏ ਸਾਡੇ ਬਹੁਤ ਤਮਿਲ ਲੋਕਾਂ ਨੂੰ, ਤਮਿਲ ਭਰਾਵਾਂ ਨੂੰ। 47 ਚ ਅਸੀਂ ਆਜ਼ਾਦ ਹੋ ਗਏ, 48 ਚ ਸ਼੍ਰੀਲੰਕਾ ਵੀ ਆਜ਼ਾਦ ਹੋ ਗਿਆ ਅੰਗਰੇਜ਼ਾਂ ਤੋਂ। ਉਸ ਤੋਂ ਬਾਅਦ ਇਹ ਜਿਹੜੇ ਸ਼੍ਰੀਲੰਕਾ ਦੇ ਲੋਕਲ ਲੋਕ ਸੀ ਨਾ, ਉਹਨਾਂ ਨੇ ਇਹਨਾਂ ਤਮਿਲਸ ਨੂੰ ਕਿਹਾ ਕਿ ਹੁਣ ਵਾਪਸ ਆਪਣੇ ਦੇਸ਼ ਜਾਓ। ਇਹ ਕਹਿੰਦੇ ਜਾਣਾ ਨਹੀਂ। ਫਿਰ ਜਿਹੜੇ ਉੱਥੋਂ ਦੀ ਲੋਕਲ ਬਰਾਦਰੀ ਸੀ ਸ਼੍ਰੀਲੰਕਾ ਦੀ, ਉਹ ਸੀ ਸਿੰਹਾਲੀਜ਼। ਉਹਨਾਂ ਸਿੰਹਾਲੀਆਂ ਨੇ ਸਰਕਾਰ ਨੂੰ ਕਹਿਣਾ ਸ਼ੁਰੂ ਕਰਤਾ ਕਿ ਨਾ ਤਮਿਲਸ ਨੂੰ ਭਜਾਓ, ਤੇ ਸਰਕਾਰ ਸਿੰਹਾਲੀਜ਼ ਦੀ ਗੱਲ ਮੰਨ ਗਈ। ਕਿਉਂ? ਸਿੰਹਾਲੀਜ਼ ਦੀਆਂ ਵੋਟਾਂ ਜਾਂਦੀਆਂ ਸੀ ਤੇ ਸਰਕਾਰ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀਆਂ ਵੋਟਾਂ ਹੁੰਦੀਆਂ। ਇਹਦੇ 'ਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ। ਸੋ ਕਹਿਣ ਦਾ ਮਤਲਬ ਇਹ ਸੀਗਾ ਕਿ ਸਰਕਾਰ ਸਿੰਹਾਲੀਜ਼ ਦੀ ਆ ਗਈ, ਤਮਿਲਸ ਦੇ ਨਾਲ ਧੱਕੇਸ਼ਾਹੀ ਹੋਣ ਲੱਗ ਪਈ। ਤਮਿਲਸ ਜਿਹੜੇ ਸੀ ਉਹ ਆਪਣੇ ਰਿਸ਼ਤੇਦਾਰਾਂ ਕੋਲ ਗੱਲ ਕਰਦੇ ਸੀ, ਤੇ ਤਮਿਲਸ ਜਿਹੜੇ ਸੀਗੇ ਇਹਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਾਡੇ ਰਿਸ਼ਤੇਦਾਰਾਂ ਨੂੰ ਸ਼੍ਰੀਲੰਕਾ 'ਚ ਤੰਗ ਕੀਤਾ ਜਾ ਰਿਹਾ, ਸ਼੍ਰੀਲੰਕਾ ਦੀ ਸਰਕਾਰ ਨਾਲ ਗੱਲ ਕਰੋ। ਭਾਰਤ ਨੇ ਸ਼੍ਰੀਲੰਕਾ ਦੀ ਸਰਕਾਰ ਨਾਲ ਗੱਲ ਕੀਤੀ, ਸ਼੍ਰੀਲੰਕਾ ਦੀ ਸਰਕਾਰ ਨੇ ਰਾਹ ਨਹੀਂ ਪਾਇਆ। ਫਿਰ ਭਾਰਤ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਕਿਉਂ ਨਾ ਅਸੀਂ ਇੱਥੋਂ ਦੇ ਤਮਿਲਸ ਨੂੰ ਕਹਿ ਦਈਏ ਕਿ ਤੁਸੀਂ ਆਪਣੀ ਲੜਾਈ ਲੜੋ, ਮਦਦ ਅਸੀਂ ਕਰਾਂਗੇ। ਉਸ ਤੋਂ ਬਾਅਦ ਇੱਥੋਂ ਦੇ ਤਮਿਲਸ ਨੇ ਇੱਕ ਟਾਸਕ ਫੋਰਸ ਬਣਾਈ ਲੜਨ ਵਾਸਤੇ, LTTE ਲਿਟੇ। ਪ੍ਰਭਾਕਰਨ ਉੱਥੋਂ ਦਾ ਲੀਡਰ ਸੀਗਾ। ਰਾਜੀਵ ਗਾਂਧੀ ਦੇ ਸਮੇਂ ਉਹਨਾਂ ਨੂੰ ਕਾਫੀ ਹਥਿਆਰ, ਇੰਦਰਾ ਗਾਂਧੀ ਦੇ ਵੇਲੇ ਹੀ ਕਾਫੀ ਮਦਦ ਭਾਰਤ ਨੇ ਉਹਨਾਂ ਦੀ ਕੀਤੀ ਤਾਂ ਕਿ ਉਹਨਾਂ ਨੂੰ ਉਹ ਆਪਣੀ ਲੜਾਈ ਲੜ ਸਕਣ, ਠੀਕ ਆ, ਸਰਕਾਰ ਦੇ ਖਿਲਾਫ, ਸ਼੍ਰੀਲੰਕਾ ਦੀ ਸਰਕਾਰ ਦੇ ਖਿਲਾਫ। ਫਿਰ ਜਦੋਂ ਸ਼੍ਰੀਲੰਕਾ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਫਿਰ ਉਹਨਾਂ ਨੇ ਭਾਰਤ ਸਰਕਾਰ ਨੂੰ ਵਿੱਚ ਪਾ ਕੇ ਸਮਝੌਤਾ ਕਰਵਾਇਆ। ਭਾਰਤ ਸਰਕਾਰ ਨੇ ਫਿਰ LTTE ਨੂੰ ਕਿਹਾ, ਪ੍ਰਭਾਕਰਨ ਨੂੰ, ਕਿ ਰੁਕ ਜਾਓ, ਹੁਣ ਬਹੁਤ ਹੋ ਗਿਆ, ਹੁਣ ਸੈੱਟ ਹੋ ਜਾਊਗਾ। ਪ੍ਰਭਾਕਰਨ ਕਹਿੰਦਾ ਤੁਸੀਂ ਸਾਨੂੰ ਸ਼ੁਰੂ ਤਾਂ ਕਰਤਾ, ਖਤਮ ਹੁਣ ਅਸੀਂ ਆਪ ਹੀ ਕਰਾਂਗੇ। ਰਾਜੀਵ ਗਾਂਧੀ ਹੈਰਾਨ ਕਿ ਭਾਈ ਸਾਡੇ ਕਹਿਣ ਤੇ ਤੁਸੀਂ ਸ਼ੁਰੂ ਕੀਤਾ, ਹੁਣ ਤੁਸੀਂ ਸਾਨੂੰ ਹੀ ਅੱਖਾਂ ਦਿਖਾਓਗੇ। ਫਿਰ ਰਾਜੀਵ ਗਾਂਧੀ ਨੇ ਸ਼੍ਰੀਲੰਕਾ ਦੀ ਸਰਕਾਰ ਨੂੰ ਕਹਿਤਾ ਕਿ ਤੁਸੀਂ ਹੋ ਜਾਓ ਸਾਈਡ ਤੇ, ਹੁਣ ਇਹਨਾਂ ਦਾ ਕੰਮ ਅਸੀਂ ਨਿਬੇੜਾਂਗੇ। ਹੁਣ LTTE ਵਰਸਸ ਇੰਡੀਆ ਹੋ ਗਈ ਇਹ ਲੜਾਈ। ਇਸ ਲੜਾਈ ਦੇ ਵਿੱਚ LTTE ਤੇ ਇੰਡੀਆ ਦੀ ਇਸ ਲੜਾਈ 'ਚ ਇੰਡੀਆ ਨੇ ਬੜੀ ਤਗੜੀ ਆਪਣੀ ਆਰਮੀ, ਪੀਸ ਕੀਪਿੰਗ ਆਰਮੀ, ਜਿਹਨੂੰ ਆਪਾਂ ਕਹਿੰਦੇ ਸ਼ਾਂਤੀ ਦੂਤ ਸੈਨਾ, ਸ਼੍ਰੀਲੰਕਾ ਭੇਜੀ। ਉਹਨਾਂ ਨੇ ਬਹੁਤ ਸਾਰੇ ਲਿਟਿਆਂ ਨੂੰ ਮਾਰਿਆ, ਠੀਕ ਆ। ਮਦਰਾਸ ਕੈਫੇ ਇਹਦੇ ਤੇ ਬਣੀ ਹੋਈ ਮੂਵੀ ਹੈ ਜਿਹੜੀ ਬਹੁਤ ਕੁਝ ਦੱਸਦੀ ਹੈ ਜੌਨ ਇਬਰਾਹਿਮ ਦੀ, ਬਟ ਆਪਾਂ ਉਹਦੇ ਚੱਕਰਾਂ 'ਚ ਨਹੀਂ ਪੈਣਾ। ਖੈਰ LTTE ਜਿਹੜੀ ਆ ਉਹ 1988 ਆ ਗਿਆ। ਉਧਰੋਂ ਰਾਜੀਵ ਗਾਂਧੀ ਦੇ ਖਿਲਾਫ ਇੰਡੀਆ 'ਚ ਇੱਕ ਮੁਕੱਦਮਾ ਚੱਲ ਪਿਆ। ਰਾਜੀਵ ਗਾਂਧੀ ਦੇ ਹੀ ਰੱਖਿਆ ਮੰਤਰੀ ਹੁੰਦਾ ਸੀ, ਡਿਫੈਂਸ ਮਿਨਿਸਟਰ ਵਿਸ਼ਵਨਾਥ ਪ੍ਰਤਾਪ ਸਿੰਘ। ਉਹਨੇ ਇਹ ਪਤਾ ਕੀਤਾ ਕਿ ਰਾਜੀਵ ਗਾਂਧੀ ਨੇ ਸਵੀਡਨ ਤੋਂ ਤੋਪਾਂ ਖਰੀਦੀਆਂ ਹੈ, ਬੋਫਰਸ, ਉਹਦੇ 'ਚ ਬੜਾ ਤਗੜਾ ਘਪਲਾ ਹੋਇਆ ਹੈ। ਉਹਨੇ ਰਾਜੀਵ ਗਾਂਧੀ ਦੇ ਖਿਲਾਫ ਘਪਲੇ ਦੀਆਂ ਪਰਤਾਂ ਖੋਲਤੀਆਂ। ਰਾਜੀਵ ਗਾਂਧੀ ਜਿਹੜਾ ਕਿ ਇੰਨੀਆਂ ਸੀਟਾਂ ਜਿੱਤ ਕੇ ਆਇਆ ਸੀ, ਉਹਨੂੰ ਸ਼ਰਮਸ਼ਾਰ ਹੋਣਾ ਪਿਆ ਤੇ ਟੀਵੀ 'ਚ ਆ ਕੇ ਕਹਿਣਾ ਪਿਆ ਕਿ ਜਿਹੜੀ ਗੱਲ ਆ ਮੈਂ ਅਸਤੀਫਾ ਦੇ ਰਿਹਾ, ਸਰਕਾਰ ਭੰਗ ਕੀਤੀ ਜਾਂਦੀ ਆ, ਨਵੇਂ ਸਿਰੋਂ ਵੋਟਾਂ ਪਵਾਓ ਤੇ ਮੈਨੂੰ ਜਿਤਾ ਦਿਓ, ਕਹਿੰਦਾ ਫਿਰ ਹੁਣ ਠੀਕ ਹੈ ਜੀ। ਉਹਨੇ ਆਪਣੀ ਅਸਤੀਫਾ ਦੇਤਾ ਤੇ ਜਦੋਂ ਪ੍ਰਧਾਨ ਮੰਤਰੀ 5 ਸਾਲ ਪਹਿਲਾਂ ਹੀ ਅਸਤੀਫਾ ਦੇ ਦੇ ਤੇ ਰਾਸ਼ਟਰਪਤੀ ਦਾ ਫਰਜ਼ ਬਣਦਾ ਹੈ ਕਿ ਕਿਸੇ ਹੋਰ ਨੂੰ ਪੁੱਛਣਾ ਕਿ ਬਈ ਹੈ ਕੋਈ ਹੋਰ ਜਿਹਦੇ ਨਾਲ ਵੱਧ ਬੰਦੇ ਹੋਣ। ਤਾਂ ਕਹਿੰਦੇ ਆ ਕਿ ਉਦੋਂ ਚੋਣਾਂ ਹੋਈਆਂ ਦੁਬਾਰਾ ਤੇ ਵਿਸ਼ਵਨਾਥ ਪ੍ਰਤਾਪ ਸਿੰਘ, VP ਸਿੰਘ ਜਿਹਨੂੰ ਕਹਿੰਦੇ ਆ, ਜਿਹੜਾ ਉਹਦਾ ਡਿਫੈਂਸ ਮਿਨਿਸਟਰ ਸੀ, ਇਸ ਵਾਰ ਚੋਣਾਂ ਜਿੱਤ ਕੇ ਉਹ ਪ੍ਰਧਾਨ ਮੰਤਰੀ ਬਣ ਗਿਆ ਤੇ ਡਿਪਟੀ ਪ੍ਰਧਾਨ ਮੰਤਰੀ ਬਣਿਆ ਚੰਦਰ ਸ਼ੇਖਰ। ਉਹੀ ਕਹਾਣੀ ਇੱਥੇ ਹੋਈ ਜਿਹੜੀ ਇੱਥੇ ਹੋਈ ਸੀਗੀ ਕਿ ਪਹਿਲਾਂ VP ਸਿੰਘ, ਡਿਪਟੀ ਪ੍ਰਧਾਨ ਮੰਤਰੀ ਚੰਦਰ ਸ਼ੇਖਰ। ਫਿਰ ਇਹਦੇ ਦਿਮਾਗ 'ਚ ਆਈ ਕਿ ਕਿਉਂ ਨਾ ਮੈਂ ਪ੍ਰਧਾਨ ਮੰਤਰੀ ਬਣਾ। ਇਹਨੂੰ ਦੇਖ ਕੇ ਆਪ ਪ੍ਰਧਾਨ ਮੰਤਰੀ ਬਣ ਗਿਆ, ਬਟ ਥੋੜਾ ਚਿਰ ਹੀ ਬਣਿਆ, ਉਸ ਤੋਂ ਬਾਅਦ ਇਹ ਵੀ ਡਿੱਗ ਗਿਆ
ਤੇ ਉਸ ਤੋਂ ਬਾਅਦ ਨਾ ਇਹ ਬਣ ਸਕਿਆ ਤੇ ਨਾ ਇਹ ਬਣ ਸਕਿਆ। 1991 ਆਉਂਦੇ ਆਉਂਦੇ ਦੁਬਾਰਾ ਫੇਰ ਚੋਣਾਂ, 2 ਸਾਲਾਂ 'ਚ ਹੀ 2 ਪ੍ਰਧਾਨ ਮੰਤਰੀ ਬਦਲ ਕੇ ਫੇਰ ਚੋਣਾਂ। ਜਿਵੇਂ 89 'ਚ ਹੋਇਆ ਨਾ, 79 'ਚ ਇਕੱਠੇ ਜਿਹੇ ਹੋ ਗਏ ਸੀ 80 'ਚ, ਉਵੇਂ ਆ ਭਾਣਾ ਵਾਪਰ ਗਿਆ। ਦੁਬਾਰਾ ਚੋਣਾਂ ਹੋਈਆਂ ਤੇ ਇਤਿਹਾਸ ਗਵਾਹ ਹੈ ਕਿ ਜਦੋਂ ਇੱਕ ਵਾਰੀ ਦੁਬਾਰਾ ਚੋਣਾਂ ਹੁੰਦੀਆਂ ਹੈ, ਦੁਬਾਰਾ ਇੱਥੇ ਕਿਹੜੀ ਪਾਰਟੀ ਆਈ ਸੀ? ਕਾਂਗਰਸ। ਇੱਥੇ ਵੀ ਉਹੀ ਹੋਇਆ, ਕਾਂਗਰਸ ਦੁਬਾਰਾ ਜਿੱਤ ਰਹੀ ਸੀਗੀ। ਤੇ ਇਸ ਵਾਰ ਕਾਂਗਰਸ ਵੱਲੋਂ ਦੁਬਾਰਾ ਇਲੈਕਸ਼ਨ 'ਚ ਖੜੇ ਮੇਨ ਪ੍ਰਧਾਨ ਮੰਤਰੀ ਦੇ ਉਮੀਦਵਾਰ ਸੀਗੇ ਰਾਜੀਵ ਗਾਂਧੀ। ਓਬਵੀਅਸ ਜੀ ਗੱਲ, ਉਹਨਾਂ ਨੇ ਹੋਣਾ ਸੀਗਾ। LTTE ਨੂੰ ਸ਼੍ਰੀਲੰਕਾ 'ਚ ਬੈਠਿਆਂ ਪਤਾ ਸੀਗਾ ਕਿ ਜੇ ਇਸ ਵਾਰ ਕਾਂਗਰਸ ਨੇ ਜਿੱਤ ਹੀ ਜਾਣਾ ਹੈ ਤੇ 100% ਕਾਂਗਰਸ ਨੇ ਜਿੱਤ ਜਾਣਾ ਹੈ ਤੇ ਪ੍ਰਧਾਨ ਮੰਤਰੀ ਬਣਨਾ ਹੈ ਕਿੰਨੇ ਭਲਾ? ਰਾਜੀਵ ਗਾਂਧੀ ਨੇ। ਇਹ ਤਾਂ ਕੰਮ ਖਰਾਬ, ਬਿਲਕੁਲ ਸਾਫ਼ ਪਤਾ ਲੱਗ ਰਿਹਾ ਕਿ ਪ੍ਰਧਾਨ ਮੰਤਰੀ ਉਹੀ ਬਣੂਗਾ। ਸੋ ਕਹਾਣੀ ਕੀ ਹੋਈ? ਕਹਿੰਦੇ ਕਿ ਉਹਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਮਾਰ ਦਿਓ। 21 ਮਈ 1991 ਨੂੰ ਰਾਜੀਵ ਗਾਂਧੀ ਨੂੰ ਬੰਬ ਨਾਲ ਢਾ ਦਿੱਤਾ ਗਿਆ। ਉਸ ਦਿਨ ਅਸੀਂ ਐਂਟੀ ਟੈਰਰਿਜ਼ਮ ਡੇ ਮਨਾਉਂਦੇ ਆ। ਖੈਰ, ਕਾਂਗਰਸ ਜਿੱਤ ਤਾਂ ਗਈ ਸੀ, ਹੁਣ ਪ੍ਰਧਾਨ ਮੰਤਰੀ ਬਣ ਗਿਆ, ਫਿਰ ਕੋਈ ਹੋਰ ਜਾਣਾ। ਨਰਸਿਮਹਾ ਰਾਓ। 1991 ਚ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣੇ ਤੇ ਨਰਸਿਮਹਾ ਰਾਓ ਨੇ ਜਦੋਂ 1991 ਚ ਪ੍ਰਧਾਨ ਮੰਤਰੀ ਦੀ ਕੁਰਸੀ ਸੰਭੀ, ਉਹਨਾਂ ਨੂੰ ਇੱਕ ਗੱਲ ਸਮਝ ਆਈ ਕਿ ਦੇਸ਼ ਦੀ ਇਸ ਟਾਈਮ ਵਿੱਤੀ ਹਾਲਤ, ਫਾਈਨੈਂਸ਼ੀਅਲ ਸਿਚੁਏਸ਼ਨਸ, ਪੈਸੇ ਪੱਖੋਂ ਇੰਡੀਆ ਕੰਗਾਲ ਹੋ ਰਿਹਾ ਹੈ। ਅਸੀਂ ਇੰਡੀਆ ਦਾ ਕੋਈ ਵਧੀਆ ਜਿਹਾ ਵਿੱਤ ਮੰਤਰੀ ਲਾਉਣਾ ਹੈ, ਫਾਈਨਾਂਸ ਮਿਨਿਸਟਰ ਲਾਉਣਾ ਹੈ। ਕਈ ਲੋਕਾਂ ਨਾਲ ਗੱਲ ਕੀਤੀ ਗਈ ਕਿ ਤੁਸੀਂ ਲੱਗ ਜਾਓ, ਠੀਕ ਆ, ਕੋਈ ਵੀ ਤਿਆਰ ਨਹੀਂ ਹੋਇਆ। ਫਿਰ ਉਹਨੇ ਆਖਰ ਇੱਕ ਸਾਡੇ ਦੇਸ਼ ਦਾ ਬੜਾ ਤਗੜਾ ਮਹਿਕਮਾ ਹੈ UGC, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਉਹਦੇ ਦਫ਼ਤਰ 'ਚ ਫੋਨ ਕਰਕੇ ਉਹਦੇ ਚੇਅਰਮੈਨ ਨੂੰ ਫੋਨ ਕਰਕੇ ਕਹਿੰਦਾ ਸਾਹਿਬ ਜੀ ਜਲਦੀ ਕੱਪੜੇ ਬਦਲੋ ਤੇ ਰਾਸ਼ਟਰਪਤੀ ਭਵਨ ਆ ਜਾਓ। ਉੱਥੋਂ UGC ਦਾ ਚੇਅਰਮੈਨ ਸਾਹਮਣੇ ਬੋਲਿਆ ਜੀ ਕੰਮ ਕੀ ਹੈ? ਕਹਿੰਦਾ ਬਸ ਤੁਹਾਨੂੰ ਦੇਸ਼ ਦਾ ਫਾਈਨਾਂਸ ਮਿਨਿਸਟਰ ਬਣਾਉਣਾ ਹੈ। ਤੇ ਉਹ UGC ਦਾ ਚੇਅਰਮੈਨ ਸੀ ਡਾਕਟਰ ਮਨਮੋਹਨ ਸਿੰਘ। ਉਹਨਾਂ ਨੂੰ ਸਵੇਰੇ 7 ਵਜੇ ਤੱਕ ਨਹੀਂ ਸੀ ਪਤਾ ਕਿ ਮੈਂ 10 ਵਜੇ ਪ੍ਰਧਾਨ ਮੰਤਰੀ ਦੇ ਤੌਰ ਤੇ ਸਹੁੰ ਖਾਊਂਗਾ। ਕਨਫਰਮੇਸ਼ਨ ਲਈ ਗਈ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਲਾ ਦਿੱਤਾ ਗਿਆ, ਉਹ ਫਾਈਨਾਂਸ ਮਿਨਿਸਟਰ ਲਾ ਦਿੱਤਾ ਗਿਆ, ਠੀਕ ਆ, ਵਿੱਤ ਮੰਤਰੀ। 1991 ਤੋਂ ਲੈ ਕੇ 96 ਤੱਕ ਇਸ ਦੇਸ਼ 'ਚ ਨਰਸਿਮਹਾ ਰਾਓ ਦੀ ਸਰਕਾਰ ਰਹੀ ਹੈ। ਇਸੇ 91 ਤੋਂ ਲੈ ਕੇ 96 ਦੇ ਵਿੱਚ ਇੱਕ ਬਹੁਤ ਤਗੜਾ ਭਾਣਾ ਵਾਪਰਿਆ ਹੋਰ, ਜਿਹੜਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ। 91 ਤੋਂ ਲੈ ਕੇ 96 ਦੇ ਵਿੱਚ ਇੱਕ ਸਾਲ ਆਇਆ 92, ਜਦੋਂ ਬਾਬਰੀ ਮਸਜਿਦ UP 'ਚ ਟੁੱਟੀ ਹੈ। ਹੁਣ ਇਹ ਬਾਬਰੀ ਮਸਜਿਦ ਦੀ ਸਟੋਰੀ ਕੀ ਹੈ? ਪਹਿਲਾਂ ਇਹਦਾ ਵੀ ਕਿੱਸਾ ਸੁਣ ਲਈਏ। ਕਹਿੰਦੇ 1950 ਦੇ ਵਿੱਚ, ਹੁਣ ਵਾਪਸ ਆ ਜਾਓ, ਹੁਣ ਬਾਬਰੀ ਮਸਜਿਦ ਤੇ ਬਾਬਰੀ ਮਸਜਿਦ ਦੀ ਗੱਲ ਕਰਾਂਗੇ ਤਾਂ BJP ਦੀ ਗੱਲ ਆਊਗੀ। ਹੁਣ BJP ਨੂੰ 1996 ਦੀਆਂ ਵੋਟਾਂ ਤੱਕ ਲੈ ਕੇ ਆਉਣਾ ਹੈ, ਕਿਉਂਕਿ ਤਾਂ ਹੀ ਅੱਗੇ BJP ਦੀ ਸਰਕਾਰ ਬਣਾਵਾਂਗੇ ਆਪਾਂ। 1996 ਤੱਕ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਰਹੇ। ਨਰਸਿਮਹਾ ਰਾਓ ਦੀ ਜਦੋਂ ਸਰਕਾਰ ਡਿੱਗੀ ਹੈ, ਠੀਕ ਆ, ਹੁਣ ਅੱਗੇ ਜਾ ਕੇ ਆਪਾਂ ਸਟੋਰੀ ਪੜ੍ਹਦੇ ਹਾਂ ਕਿ ਕੀ ਹਿਸਾਬ ਕਿਤਾਬ ਰਿਹਾ ਹੈ, ਠੀਕ ਆ। ਨਰਸਿਮਹਾ ਰਾਓ ਤੱਕ ਪਹੁੰਚ ਕੇ ਫਿਰ ਆਪਾਂ ਚੱਲਦੇ ਹੁਣ ਅੱਗੇ। 1996 ਤੱਕ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਹੈ। ਹੁਣ ਦੇਖੋ, ਕਹਿੰਦੇ ਆ ਕਿ UP ਦੇ ਵਿੱਚ ਨਾ ਇੱਕ ਜਗ੍ਹਾ ਹੈ ਅਯੋਧਿਆ, ਫੈਜ਼ਾਬਾਦ, ਉੱਥੇ ਇੱਕ ਅਯੋਧਿਆ ਨਾਮ ਦੀ ਜਗ੍ਹਾ ਤੇ ਇੱਕ ਮਸਜਿਦ ਬਣੀ ਹੋਈ ਹੈ। ਉਹਨੂੰ ਬਾਬਰ ਦੇ ਰਸੋਈਏ ਨੇ 1528 ਕਿ 29 ਚ ਬਣਵਾਇਆ ਸੀਗਾ। ਤੇ ਆਰੋਪ ਇਹ ਆ ਕਿ ਉਸ ਮਸਜਿਦ ਦੀ ਜਗ੍ਹਾ ਤੇ ਕਿਸੇ ਟਾਈਮ ਪੁਰਾਣਾ ਮੰਦਿਰ ਸੀ ਸ਼੍ਰੀ ਰਾਮਚੰਦਰ ਦਾ, ਤੇ ਉਹ ਉਹਨਾਂ ਦੇ ਜਨਮ ਸਥਾਨ ਨਾਲ ਸੰਬੰਧਿਤ ਆ। ਰੌਲਾ ਚੱਲਦਾ ਰਿਹਾ। ਇਹ ਰੌਲਾ ਪਹਿਲਾਂ ਨਹੀਂ ਪਿਆ, 19ਵੀਂ ਸਦੀ 'ਚ ਜਾ ਕੇ ਇਹ ਰੌਲਾ ਪਹਿਲਾਂ ਪ੍ਰੋਮੀਨੈਂਟ ਹੋਇਆ ਪਹਿਲੀ ਵਾਰ 1851-52 ਚ। ਉਦੋਂ ਇਲਾਹਾਬਾਦ ਦਾ ਰਾਜਾ ਹੁੰਦਾ ਸੀ ਵਾਜ਼ਿਰ ਅਲੀ ਸ਼ਾਹ। ਖੈਰ, ਉਦੋਂ ਰੌਲਾ ਠੰਡੇ ਵਸਤੇ ਪੈ ਗਿਆ। 1947 ਤੋਂ ਬਾਅਦ ਉਦੋਂ ਅੰਗਰੇਜ਼ਾਂ ਨੇ ਇਹ ਕਹਿ ਕੇ ਰੌਲਾ ਠੰਡੇ ਵਸਤੇ ਪਾਤਾ ਕਿ 500 ਸਾਲ ਪੁਰਾਣਾ ਕੀ ਸੀਗਾ ਕਿਸੇ ਨੂੰ ਨਹੀਂ ਪਤਾ, ਕੋਈ ਸਬੂਤ ਨਹੀਂ ਹੈਗਾ। ਕਹਿੰਦੇ ਹੁਣ ਜੋ ਹੈਗਾ ਉਹਨੂੰ ਉਵੇਂ ਰਹਿਣ ਦਿਓ। 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ, ਦੁਬਾਰਾ ਫੇਰ ਕਿਸੇ ਨੇ ਉੱਥੇ ਜਾ ਕੇ ਰਾਤੋਂ ਰਾਤ ਮੂਰਤੀਆਂ ਰੱਖਤੀਆਂ, ਜਾਂ ਦੂਜਾ ਕੇਸ, ਉੱਥੇ ਆਪੇ ਆਪ ਮੂਰਤੀਆਂ ਪ੍ਰਗਟ ਹੋ ਗਈਆਂ। ਇਹਨਾਂ ਚੋਂ ਕਿਹੜੀ ਗੱਲ ਸੱਚ ਹੈ, ਜਿਹਦੇ ਮੈਂ ਤਾਂ ਬਿਲਕੁਲ ਨਹੀਂ ਜਾ ਸਕਦਾ, ਪਰ ਗੱਲ ਦੋਵੇਂ ਦੱਸੀਆਂ ਤੁਹਾਨੂੰ ਮੈਂ। ਇਹਦਾ ਚੱਕਰ ਇਹ ਬਣਿਆ ਕਿ ਉੱਥੇ ਹਿੰਦੂਆਂ ਦਾ ਕਲੇਮ ਵੱਧ ਗਿਆ ਕਿ ਇੱਥੇ ਮੰਦਿਰ ਆ, ਠੀਕ ਆ, ਪੁਰਾਣਾ ਮੰਦਿਰ ਸੀ। ਜਿਹੜੀ ਉਸ ਮਸਜਿਦ ਨੂੰ ਸਾਂਭਦਾ ਸੀਗਾ ਸੁੰਨੀ ਵਕਫ ਬੋਰਡ ਆ ਉੱਥੋਂ ਦਾ, UP ਦਾ, ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਠੀਕ ਆ, ਕਿ ਇਹ ਮੁਸਲਮਾਨਾਂ ਦੀ ਜਗ੍ਹਾ ਹੈ। ਇਹ ਵਿਵਾਦ ਬਹੁਤ ਚਿਰ ਚੱਲਦਾ ਰਿਹਾ। ਇਸ ਵਿਵਾਦ ਦੇ ਵਿੱਚੋਂ BJP ਨੇ, ਉਸ ਟਾਈਮ BJP ਪਾਰਟੀ ਨਹੀਂ ਸੀ ਹੁੰਦੀ, ਉਸ ਟਾਈਮ ਇੱਕ ਪਾਰਟੀ ਹੁੰਦੀ ਸੀਗੀ ਜਨਸੰਘ, 1952 ਚ ਬਣੀ ਸੀ, ਜਿਹੜੀ ਸ਼ਾਮ ਪ੍ਰਸਾਦ ਮੁਖਰਜੀ, ਦੀਨ ਦਿਆਲ ਉਪਾਧਿਆਏ। ਇਹ ਜਨਸੰਘ ਵਾਲੇ 1977 ਚ ਖਤਮ ਹੋ ਗਏ, ਕਿਉਂਕਿ ਇਹ ਸਾਰੇ ਜਾਣੇ ਇੱਕੋ ਪਾਰਟੀ ਚ ਮਿਲ ਗਏ, ਜਨਤਾ ਪਾਰਟੀ ਚ, ਤੇ ਇਹਨਾਂ ਨੇ ਮੁਰਾਰਜੀ ਦੇਸਾਈ ਨੂੰ ਪ੍ਰਧਾਨ ਮੰਤਰੀ ਬਣਵਾਤਾ। 1980 ਤੱਕ ਜਾਂਦੇ ਜਾਂਦੇ ਜਨਤਾ ਪਾਰਟੀ ਫੇਰ ਟੁੱਟ ਗਈ। ਸਟੋਰੀ ਸੁਣਾਈ ਹੈ ਮੈਂ ਤੁਹਾਨੂੰ। 80 ਚੋਂ ਜਿਹੜੇ ਜਨਸੰਘ ਵਾਲੇ ਸੀ ਪੁਰਾਣੇ,
ਉਹਨਾਂ ਨੇ ਜਨਤਾ ਪਾਰਟੀ ਚੋਂ ਟੁੱਟ ਕੇ 1980 ਚ ਫਿਰ ਆਪਣੀ ਨਵੀਂ ਪਾਰਟੀ ਬਣਾਈ 6 ਅਪ੍ਰੈਲ 1980 ਨੂੰ। ਨਾਮ ਰੱਖਿਆ ਭਾਰਤੀ ਜਨਤਾ ਪਾਰਟੀ ਤੇ ਚੋਣ ਨਿਸ਼ਾਨ ਰੱਖਿਆ ਕਮਲ ਦਾ ਫੁੱਲ। ਬੀਜੇਪੀ ਅੱਜ ਵਾਲੀ ਬੀਜੇਪੀ 1980 ਚ ਬਣੀ ਆ, ਪਰ ਇਹਦੀਆਂ ਜੜ੍ਹਾਂ ਕਿੱਥੇ ਆ? ਜਨਸੰਘ ਚ। ਜਨਸੰਘ ਦੀ ਸੋਚ ਵਾਲੇ ਪਹਿਲਾਂ ਜਨਸੰਘੀ ਇਹ ਸੀ, ਫਿਰ ਉਹ ਜਨਤਾ ਪਾਰਟੀ ਬਣੇ 77 ਤੋਂ 80 ਤੱਕ। 80 ਚ ਜਾ ਕੇ ਉਹ ਅੱਜ ਦੀ ਬੀਜੇਪੀ ਬਣ ਗਏ। 1984 ਚ ਉਹਨਾਂ ਨੇ 2 ਸੀਟਾਂ ਜਿੱਤੀਆਂ। ਉਸ ਤੋਂ ਬਾਅਦ 1987 ਤੋਂ ਬਾਅਦ 1992 ਚ ਬੀਜੇਪੀ ਨੇ ਆਪਣਾ ਗਰਾਊਂਡ ਇੰਡੀਆ 'ਚ ਤਿਆਰ ਕੀਤਾ, ਜਦੋਂ ਇਹਨਾਂ ਨੇ ਬਾਬਰੀ ਮਸਜਿਦ ਤੋੜੀ ਤੇ ਉਹਦੇ 'ਚ ਬੀਜੇਪੀ ਦੇ ਪ੍ਰੋਮੀਨੈਂਟ ਲੀਡਰਸ ਦੇ ਨਾਮ ਆ ਗਏ। 96 ਤੱਕ ਜਾਂਦੇ ਜਾਂਦੇ ਇਸ ਦੇਸ਼ ਦੀ ਹਿੰਦੂ ਵੋਟ ਜਿਹੜੀ ਸੀਗੀ, ਜਿਹੜੀ ਟਿਪੀਕਲ ਹਿੰਦੂ ਵੋਟ ਸੀ, ਉਹ ਬੀਜੇਪੀ ਤੋਂ ਬੜੇ ਉਤਸ਼ਾਹਿਤ ਸੀ। ਉਹਨਾਂ ਨੇ 1996 ਚ ਬੀਜੇਪੀ ਨੂੰ ਵੋਟਾਂ ਪਾਈਆਂ। ਇਸ ਦੇਸ਼ ਦੇ ਵਿੱਚ ਕੁੱਲ ਲੋਕ ਸਭਾ ਦੀਆਂ 543 ਸੀਟਾਂ ਨੇ ਜਿਨ੍ਹਾਂ ਤੇ ਚੋਣਾਂ ਹੁੰਦੀਆਂ। ਜਿੱਤਣ ਵਾਲੇ ਨੂੰ 272 ਚਾਹੀਦੀਆਂ, ਤੇ ਜੇ 272 ਕਿਸੇ ਦੀਆਂ ਨਾ ਹੋਣ ਤੇ ਉਹ ਪਹਿਲੇ ਨੰਬਰ ਤੇ ਵੀ ਆ ਜਾਏ 240 ਸੀਟਾਂ ਲੈ ਕੇ ਵੀ, ਪਰ ਉਹ ਪ੍ਰਧਾਨ ਮੰਤਰੀ ਨਹੀਂ ਬਣਾ ਸਕਦੇ। ਪ੍ਰਧਾਨ ਮੰਤਰੀ ਬਣਦੀ 272 ਸੀਟਾਂ ਦਾ ਟੀਚਾ ਚਾਹੀਦਾ ਹੈ, ਜਿਹੜਾ ਕਿ ਉਦੋਂ ਕੋਈ ਵੀ ਪੂਰਾ ਨਹੀਂ ਕਰ ਸਕਿਆ 96 ਵਾਲੀਆਂ ਚੋਣਾਂ 'ਚ। ਅਟਲ ਬਿਹਾਰੀ ਵਾਜਪਾਈ ਨੇ ਕਿਹਾ ਕਿ ਹਾਂ ਸਾਡੀ ਬੀਜੇਪੀ ਕੋਲ ਇੱਕ 272 ਨਹੀਂ ਪਰ 200 ਦੇ ਨੇੜੇ ਆ, ਅਸੀਂ ਗੰਢ ਤੋਪਾ ਕਰਕੇ ਬਾਕੀਆਂ ਨੂੰ ਆਪਣੇ ਨਾਲ ਜੋੜ ਕੇ 272 ਬੰਦੇ ਰਾਸ਼ਟਰਪਤੀ ਕੋਲ ਪਰੇਡ ਕਰਵਾ ਦਾਂਗੇ ਤੇ ਲੋਕ ਸਭਾ 'ਚ ਅਸੀਂ 272 ਜਾਣੇ ਸਾਬਤ ਕਰ ਦਾਂਗੇ। ਸਾਬਤ ਹੋ ਨਹੀਂ ਸਕੇ ਤੇ ਅਟਲ ਬਿਹਾਰੀ ਵਾਜਪਾਈ 13 ਦਿਨਾਂ ਲਈ ਪ੍ਰਧਾਨ ਮੰਤਰੀ ਰਿਹਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਗਏ। ਫਿਰ ਰਾਸ਼ਟਰਪਤੀ ਨੇ ਕਿਹਾ ਕਿ ਹੈ ਕੋਈ ਜਿਹੜਾ 272 ਬੰਦੇ ਗਣਾ ਸਕੇ? ਐਚ ਡੀ ਦੇਵੀ ਕੋਲ ਕਹਿੰਦਾ ਮੈਂ ਆ ਜੀ। ਅਗਲਾ ਪ੍ਰਧਾਨ ਮੰਤਰੀ ਇਹ 6 ਮਹੀਨੇ ਬਾਅਦ ਬੰਦੇ ਇਹਦੇ ਤੋਂ ਥਿੜਕ ਗਏ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕੋਈ, ਰਾਸ਼ਟਰਪਤੀ ਨੇ ਕਿਹਾ ਹੈ ਕੋਈ, ਨਹੀਂ ਤੇ ਮੈਂ ਦੁਬਾਰਾ ਚੋਣਾਂ ਕਰਾਵਾਂ। ਇੰਦਰ ਕੁਮਾਰ ਗੁਜਰਾਲ ਕਹਿੰਦਾ ਹਾਂਜੀ ਹੈਗੇ ਆ, ਤਾਂ ਫਿਰ 6 ਮਹੀਨੇ ਉਹ ਪ੍ਰਧਾਨ ਮੰਤਰੀ ਰਿਹਾ। ਉਹਦੇ ਨਾਲ ਥੁੜ ਕੇ ਫਿਰ ਉਹਨੇ ਕਿਹਾ, ਰਾਸ਼ਟਰਪਤੀ ਨੇ ਹੈ ਕੋਈ ਨਹੀਂ ਆਇਆ। ਰਾਸ਼ਟਰਪਤੀ ਨੇ 1998 ਚ ਐਲਾਨ ਕਰਤਾ ਦੁਬਾਰਾ ਚੋਣਾਂ ਹੋਣਗੀਆਂ। 98 ਚ ਦੁਬਾਰਾ ਚੋਣਾਂ ਹੋਈਆਂ। ਇਸ ਵਾਰ ਬੀਜੇਪੀ 200 ਤੋਂ ਥੋੜੇ ਜਿਹੇ ਵੱਧ ਬੰਦੇ ਜਿੱਤ ਗਈ, 272 ਫਿਰ ਨਹੀਂ ਬਣੇ। ਉਹਨੇ ਫਿਰ ਬਾਕੀਆਂ ਤੋਂ ਗੰਢ ਤੋਪਾ ਕੀਤਾ ਤੇ 13 ਮਹੀਨੇ ਅਟਲ ਬਿਹਾਰੀ ਵਾਜਪਾਈ ਨੇ ਸਰਕਾਰ ਚਲਾਈ। 13 ਮਹੀਨੇ 1999 ਚ ਉਹਦੇ ਨਾਲੋਂ ਬੰਦੇ ਥਿੜਕ ਕੇ ਉਹ ਦੁਬਾਰਾ ਰਾਸ਼ਟਰਪਤੀ ਨੇ ਕਿਹਾ ਹੁਣ ਜਿਹਦੇ ਕੋਲ ਹੈਗੇ ਉਹ ਆ ਜਾਓ। ਕੋਈ ਵੀ ਨਹੀਂ ਆਇਆ। ਪਹਿਲਾਂ ਸਰਕਾਰ 2 ਸਾਲ ਚੱਲੀ ਤੇ 3 ਪ੍ਰਧਾਨ ਮੰਤਰੀ ਬਦਲ ਗਏ। ਐਰਕੀ 13 ਮਹੀਨੇ ਚੱਲੀ, ਕੋਈ ਆਇਆ ਨਹੀਂ। ਦੁਬਾਰਾ ਫਿਰ ਵੋਟਾਂ ਕਰਾਉਣੀਆਂ ਪੈ ਗਈਆਂ। 1999 ਚ ਦੁਬਾਰਾ ਫਿਰ ਵੋਟਾਂ ਪਈਆਂ। ਬੀਜੇਪੀ ਨੇ ਕੀ ਕੀਤਾ, ਸਾਰਿਆਂ ਦੇ ਨਾਲ ਫਿਰ ਐਰਕੀ ਬੀਜੇਪੀ ਕੋਲ 200 ਬੰਦੇ ਟੱਪ ਗਏ, 272 ਫੇਰ ਨਹੀਂ ਹੋਏ। ਬੀਜੇਪੀ ਨੇ 1998 ਤੇ 99 ਚ ਜਦੋਂ ਸਰਕਾਰਾਂ ਬਣਾਈਆਂ, ਪਹਿਲਾਂ ਕਿੰਨੇ ਮਹੀਨਿਆਂ ਦੀ ਸਰਕਾਰ ਬਣਾਈ? 13 ਮਹੀਨਿਆਂ ਦੀ। ਫਿਰ 1999 ਚ ਬਾਅਦ ਬੀਜੇਪੀ ਕੱਲੀ ਤਾਂ ਸਰਕਾਰ ਬਣਾ ਨਹੀਂ ਸਕੀ। ਬੀਜੇਪੀ ਨੇ ਫਿਰ ਆਪਣੇ ਸਾਥੀਆਂ ਦੀ ਸਪੋਰਟ ਲਈ। ਠੀਕ ਆ, ਬੀਜੇਪੀ ਨੇ ਆਪਣੇ ਸਾਥੀਆਂ ਦੀ ਸਪੋਰਟ ਲਈ ਫਿਰ ਨਾਲ। ਤੇ ਬੀਜੇਪੀ ਜਦੋਂ ਆਪਣੇ ਨਾਲ ਮਿੱਤਰਾਂ ਦੀ ਸਪੋਰਟ ਲੈਂਦੀ ਹੈ ਤੇ ਮਿੱਤਰਾਂ ਨੂੰ ਕਿਹਾ ਜਾਂਦਾ ਅਲਾਈਜ਼, ਤਾਂ ਬੀਜੇਪੀ ਤੇ ਉਹਦੇ ਸਾਰੇ ਮਿੱਤਰ ਜਦੋਂ ਜੁੜ ਜਾਂਦੇ ਆ ਤਾਂ ਇਹਦੇ ਵਾਸਤੇ ਨਵਾਂ ਸ਼ਬਦ ਆ ਐਨਡੀਏ, ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ। ਕੀ ਹੈ ਜੀ? ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ। ਇਹ ਬੀਜੇਪੀ ਤੇ ਉਹਦੇ ਸਾਥੀਆਂ ਨੂੰ ਜੋੜ ਕੇ ਕਹਿੰਦੇ ਆ। ਤੇ ਇਹ ਕਨਸੈਪਟ ਸਾਡੇ ਦੇਸ਼ 'ਚ ਸਭ ਤੋਂ ਪਹਿਲੀ ਵਾਰ 1998 ਚ ਆਇਆ ਸੀਗਾ, ਕਿਉਂਕਿ 98 ਚ ਬੀਜੇਪੀ ਨੇ ਇਸ ਹਿਸਾਬ ਨਾਲ ਸਰਕਾਰ ਬਣਾਈ ਆ। ਇਹ ਗੱਲ ਪਤਾ ਹੋਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ। ਠੀਕ ਹੈ ਜੀ, 98 ਚ ਬੀਜੇਪੀ ਨੇ ਐਵੇਂ ਦੀ ਸਰਕਾਰ ਬਣਾਈ ਆ। 98 ਤੋਂ ਲੈ ਕੇ 99 ਤੱਕ 13 ਮਹੀਨੇ ਰਹੀ, ਸਰਕਾਰ ਡੇਗੀ। ਦੁਬਾਰਾ ਵੋਟਾਂ ਹੋਈਆਂ, 272 ਕਿਸੇ ਕੋਲ ਨਹੀਂ ਆਈਆਂ। ਅਟਲ ਬਿਹਾਰੀ ਨੇ ਫਿਰ ਨਾਲ ਦੇ ਜੋੜ ਲਏ ਤੇ ਐਨਡੀਏ ਬਣਾ ਲਿਆ। ਤਾਂ ਚੱਕੋ ਫਿਰ ਉਹਦੀ ਸਰਕਾਰ 1999 ਤੋਂ 5 ਸਾਲ ਚੱਲੀ। 2004 ਆ ਗਿਆ। 2004 ਚ ਦੁਬਾਰਾ ਫਿਰ ਵੋਟਾਂ ਪਈਆਂ, 272 ਕਿਸੇ ਕੋਲ ਨਹੀਂ ਆਈਆਂ। ਇਸ ਵਾਰ ਕਾਂਗਰਸ ਦੀਆਂ ਸੀਟਾਂ ਵੱਧ ਸੀ ਤੇ ਕਾਂਗਰਸ ਨੇ ਕਿਹਾ ਜਿਵੇਂ ਇਹਨਾਂ ਨੇ ਸਾਥੀ ਜੋੜੇ ਅਸੀਂ ਵੀ ਸਾਥੀ ਜੋੜ ਲਾਂਗੇ। ਕਾਂਗਰਸ ਜਦੋਂ ਸਾਥੀ ਜੋੜਦੀ ਹੈ 2004 ਚ ਤੇ ਉਹ ਨਾਮ ਦਿੰਦੀ ਹੈ ਯੂਪੀਏ, ਯੂਨਾਈਟਿਡ ਪ੍ਰੋਗਰੈਸਿਵ ਅਲਾਈਅੰਸ। 2004 ਤੋਂ ਲੈ ਕੇ 9 ਤੱਕ ਪ੍ਰਧਾਨ ਮੰਤਰੀ ਬਣਦੇ ਆ ਮਨਮੋਹਨ ਸਿੰਘ। ਹੋਈ ਉਦੋਂ ਵੀ ਉਹਨਾਂ ਨਾਲ ਉਹੀ ਸੀ, ਰਾਸ਼ਟਰਪਤੀ ਬਣਦੇ ਹੋਈ ਸੀਗੀ। ਸੰਜੇ ਬਾਰੋ ਦੀ ਕਿਤਾਬ ਕਹਿੰਦੀ ਹੈ ਕਿ ਇਹ ਇਹੋ ਜਿਹਾ ਸ਼ਖਸ ਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜਿਹੜੇ ਪਹਿਲਾਂ ਐਕਸੀਡੈਂਟਲੀ ਹੀ ਫਾਈਨਾਂਸ ਮਿਨਿਸਟਰ ਬਣ ਗਏ ਤੇ ਫਿਰ ਐਕਸੀਡੈਂਟਲੀ ਹੀ ਉਹ ਕੀ ਬਣ ਗਏ ਭਲਾ? ਪ੍ਰਧਾਨ ਮੰਤਰੀ। ਐਕਸੀਡੈਂਟਲ ਪ੍ਰਾਈਮ ਮਿਨਿਸਟਰ। ਸਾਡੇ ਐਕਸੀਡੈਂਟਲ ਦਾ ਮਤਲਬ ਨਹੀਂ ਕਿ ਐਕਸੀਡੈਂਟ ਹੋਇਆ ਸੀ ਕੋਈ, ਐਕਸੀਡੈਂਟਲ ਦਾ ਮਤਲਬ ਅਚਾਨਕ ਬਣਿਆ ਪ੍ਰਧਾਨ ਮੰਤਰੀ। 2004 ਤੋਂ ਲੈ ਕੇ 9 ਤੱਕ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ। 9 ਚ ਫੇਰ ਚੋਣਾਂ ਹੋਈਆਂ, ਕਿਸੇ ਪਾਰਟੀ ਨੂੰ 272 ਨਹੀਂ ਮਿਲੀਆਂ। ਕਾਂਗਰਸ ਨੇ ਫਿਰ ਆਪਣੇ ਅਲਾਈਜ਼ ਦੋਸਤ ਜੋੜੇ ਤੇ ਇਸ ਵਾਰ ਕਿਹਾ ਫਿਰ ਯੂਪੀਏ। ਤੇ 2014 ਚ ਬੀਜੇਪੀ ਜਿਹੜੀ ਸੀਗੀ ਉਹਨੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਹਿਤਾ ਕਿ ਸਾਡੀਆਂ ਭਾਵੇਂ 272 ਟੱਪਣ ਚਾਹੇ ਨਾ ਟੱਪਣ, ਅਸੀਂ ਚੋਣਾਂ ਹੀ ਦੋਸਤਾਂ ਨਾਲ ਮਿਲ ਕੇ ਲੜਨੀਆਂ, ਅਕਾਲੀ ਦਲ ਹੋਰ ਕਈ ਪਾਰਟੀਆਂ ਨਾਲ।
ਬੀਜੇਪੀ ਨੇ ਪਹਿਲਾਂ ਹੀ ਕਹਿਤਾ ਕਿ ਅਸੀਂ ਬਾਅਦ ਚ ਦੋਸਤੀ ਕਰੀਏ ਕਿ ਨਾ ਕਰੀਏ, ਪਰ ਪਹਿਲਾਂ ਹੀ ਦੋਸਤੀ ਕਰਾਂਗੇ। ਸੋ ਬੀਜੇਪੀ ਨੇ 2014 ਦੇ ਇਲੈਕਸ਼ਨ ਨਹੀਂ ਲੜੇ, 2014 ਦੇ ਇਲੈਕਸ਼ਨ ਲੜੇ ਐਨਡੀਏ ਨੇ। ਉਹ ਗੱਲ ਅੱਡ ਆ ਕਿ ਉਹਦੇ ਚ ਸਭ ਤੋਂ ਵੱਡੀ ਪਾਰਟੀ ਬੀਜੇਪੀ ਸੀ, ਤੇ ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ, ਹੈਰਾਨੀ ਪਤਾ ਕਿਹੜੀ ਗੱਲ ਦੀ, ਕੱਲੀ ਬੀਜੇਪੀ ਦੀਆਂ ਸੀਟਾਂ 272 ਤੋਂ ਵੱਧ ਸੀਗੀਆਂ। ਜੇ ਹੁਣ ਉਹ ਬਾਕੀਆਂ ਨੂੰ ਬਾਹਰ ਕੱਢ ਦਿੰਦੇ ਫਿਰ ਮਾੜੀ ਗੱਲ ਸੀ ਨਾ, ਫਿਰ ਉਹਨਾਂ ਨੇ ਬਾਹਰ ਨਹੀਂ ਕੱਢਿਆ। ਸਾਰੀਆਂ ਪਾਰਟੀਆਂ ਚੋਂ ਇੱਕ ਇੱਕ ਜਾਣੇ ਨੂੰ ਫਿਰ ਮੰਤਰੀ ਲਾਇਆ। ਜਿਆਦੇ ਮੰਤਰੀ ਬੀਜੇਪੀ ਨੇ ਆਪਣੇ ਲਾਏ। ਨਰਿੰਦਰ ਮੋਦੀ ਜਿਹੜੇ 2001 ਤੋਂ ਲੈ ਕੇ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਸੀ, ਉਹ 14 ਚ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। 19 ਚ ਦੁਬਾਰਾ ਫੇਰ ਚੋਣਾਂ ਹੋਈਆਂ ਤੇ ਦੁਬਾਰਾ ਫੇਰ ਐਨਡੀਏ ਦੀ ਸਰਕਾਰ ਬਣੀ। ਠੀਕ ਆ, ਸੋ ਇਹ ਸਾਡੇ ਦੇਸ਼ ਦੇ ਕਿੱਸੇ ਸੀਗੇ। ਆਹ ਸਾਰੀ ਸਟੋਰੀ ਤੁਹਾਨੂੰ ਮੈਂ ਸਮਝਾਤੀ ਆ ਕਿ ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ ਆ। ਇਹ ਰਿਜ਼ਾਈਨ ਕਰਨ ਵਾਲਾ ਪਹਿਲਾ ਸੀਗਾ। ਚੌਧਰੀ ਚਰਨ ਸਿੰਘ ਉਹ ਸ਼ਖਸ ਆ ਜਿਹੜਾ ਕਿ ਜਿਹਦੇ ਬਾਰੇ ਆਪਾਂ ਕਹਿ ਸਕਦੇ ਆ ਕਿ ਇਹਨੇ ਪਾਰਲੀਮੈਂਟ ਲੋਕ ਸਭਾ ਤੱਕ ਵੀ ਨਹੀਂ ਦੇਖੀ। ਫਿਰ ਇੰਦਰਾ ਗਾਂਧੀ 80 ਤੋਂ ਲੈ ਕੇ 84 ਤੱਕ ਦੁਬਾਰਾ ਫੇਰ ਆਈ ਜਦੋਂ ਸੈਕਿੰਡ ਟਰਮ ਵਾਸਤੇ। ਐਨ ਸੰਜੀਵਾ ਰੈਡੀ 77 ਤੋਂ ਲੈ ਕੇ 82 ਤੱਕ ਸਾਡੇ ਦੇਸ਼ ਦਾ ਰਾਸ਼ਟਰਪਤੀ ਦਾ ਮੈਂ ਸਟੋਰੀ ਦੱਸੀ ਆ। ਇਹ ਉਹ ਆ ਜਿਹੜਾ ਰਾਸ਼ਟਰਪਤੀ ਆ ਇਹੋ ਜਿਹਾ ਜਿਹੜਾ ਕਦੀ ਉਪ ਰਾਸ਼ਟਰਪਤੀ ਨਹੀਂ ਬਣਿਆ। ਬਾਕੀ ਸਾਰੇ ਉਪ ਰਾਸ਼ਟਰਪਤੀ ਦੀ ਪੌੜੀ ਸਭ ਤੋਂ ਯੰਗੈਸਟ ਹੈ ਰਾਸ਼ਟਰਪਤੀ ਬਣਨ ਵਾਲਾ। ਤੇ ਇਹ ਜਦੋਂ 77 ਚ ਬਣਿਆ ਅਨਅਪੋਜ਼ਡ, ਬਿਨਾਂ ਕਿਸੇ ਦੇ ਵਿਰੋਧ ਤੋਂ ਇਹ ਰਾਸ਼ਟਰਪਤੀ ਬਣ ਗਿਆ ਸੀਗਾ। ਇਹਦੇ ਖਿਲਾਫ ਕਿਸੇ ਦੀ ਹਿੰਮਤ ਨਹੀਂ ਸੀ ਖੜੇ ਹੋਣ ਦੀ। 82 ਤੋਂ 87 ਗਿਆਨੀ ਜੈਲ ਸਿੰਘ, ਫਿਰ 84 ਦੇ ਵਿੱਚ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਰਿਹਾ। ਸਟੋਰੀ ਸੁਣਾ ਚੁੱਕਿਆ ਮੈਂ ਇਹਦੀ। ਇਹਨੇ ਪਾਕਿਸਤਾਨ ਦੇ ਨਾਲ, ਸ਼੍ਰੀਲੰਕਾ ਦੇ ਨਾਲ ਲੜਾਈ ਲੜੀ, ਲਿਟਿਆਂ ਨਾਲ ਲੜਾਈ। ਫਿਰ ਉਹਦੀ ਸਰਕਾਰ ਡੇ ਕੇ ਬਣਿਆ ਆਪਣਾ ਵੀਪੀ ਸਿੰਘ, ਵਿਸ਼ਵਨਾਥ ਪ੍ਰਤਾਪ ਸਿੰਘ। ਠੀਕ ਆ, ਫਿਰ ਉਹਦੀ ਸਰਕਾਰ ਦੇ ਕੇ ਚੰਦਰ ਸ਼ੇਖਰ ਤੋਂ ਬਾਅਦ 96 ਤੱਕ ਨਰਸਿਮਹਾ ਰਾਓ। ਫਿਰ ਉਸ ਤੋਂ ਬਾਅਦ ਵਿੱਚ ਹੀ 92 ਤੋਂ ਲੈ ਕੇ 87 ਤੋਂ 92 ਤੱਕ ਵੈਂਕਟੇਕਮਨ ਰਾਸ਼ਟਰਪਤੀ ਰਹੇ ਆ, ਤੇ 92 ਤੋਂ ਲੈ ਕੇ 97 ਤੱਕ ਸ਼ੰਕਰ ਦਿਆਲ ਸ਼ਰਮਾ ਰਾਸ਼ਟਰਪਤੀ ਰਹੇ ਆ। ਫਿਰ 96 ਦੀਆਂ ਚੋਣਾਂ ਹੋਈਆਂ, ਪਹਿਲਾਂ ਅਟਲ ਬਿਹਾਰੀ, ਥੋੜੇ ਚਿਰ ਲਈ ਐਚਡੀ ਦੇਵੀ ਗੌੜਾ ਤੋਂ ਬਾਅਦ ਵਿੱਚ ਹੀ ਰਾਸ਼ਟਰਪਤੀ 97 ਚਾਹ ਬਣ ਗਏ ਸੀ। ਨਾਰਾਇਣ ਪਹਿਲੇ ਦਲਿਤ, ਤੇ ਉਸ ਤੋਂ ਬਾਅਦ ਇੰਦਰ ਕੁਮਾਰ ਗੁਜਰਾਲ। ਜ਼ਿਆਦਾ 96 ਤੋਂ ਲੈ ਕੇ 98 ਤੱਕ ਤਿੰਨ ਪ੍ਰਧਾਨ ਮੰਤਰੀ, ਪਹਿਲਾਂ ਅਟਲ ਬਿਹਾਰੀ, ਫਿਰ ਐਚਡੀ ਦੇਵੀ ਗੌੜਾ, ਫਿਰ ਇੰਦਰ ਕੁਮਾਰ ਗੁਜਰਾਲ। ਫਿਰ ਵੋਟਾਂ ਪਈਆਂ ਤੇ ਦੁਬਾਰਾ ਫਿਰ ਅਟਲ ਬਿਹਾਰੀ ਵਾਜਪਾਈ। ਦੁਬਾਰਾ ਫਿਰ ਕੌਣ? ਅਟਲ ਬਿਹਾਰੀ ਵਾਜਪਾਈ। ਪਹਿਲਾਂ 98 ਤੋਂ 99 13 ਮਹੀਨੇ, ਫਿਰ 99 ਤੋਂ 2004, ਤੇ 2004 ਤੋਂ ਲੈ ਕੇ 2009 ਤੱਕ, ਤੇ 9 ਤੋਂ ਲੈ ਕੇ 14 ਤੱਕ ਮਨਮੋਹਨ ਸਿੰਘ, ਤੇ 2000 ਵਿੱਚ ਹੀ ਅਬਦੁਲ ਕਲਾਮ ਰਾਸ਼ਟਰਪਤੀ ਬਣੇ ਆ, ਪ੍ਰਤਿਭਾ ਪਾਟਿਲ ਬਣੀ ਆ, ਪ੍ਰਣਬ ਮੁਖਰਜੀ ਬਣੇ ਆ, ਰਾਮਨਾਥ ਕੋਵਿੰਦ ਬਣੇ ਆ, ਤੇ ਹੁਣ ਸਾਡੇ ਰੀਸੈਂਟ ਪ੍ਰਧਾਨ ਮੰਤਰੀ ਆ ਜਿਹੜੇ। ਠੀਕ ਆ, ਇਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਗੁਜਰਾਤ ਦੇ ਸੀਐਮ ਸੀਗੇ, ਤੇ ਫਿਲਹਾਲ ਇਹ ਦੂਜੀ ਟਰਮ ਵਾਸਤੇ ਪ੍ਰਧਾਨ ਮੰਤਰੀ ਆ। ਠੀਕ ਆ, ਤੇ ਇਹ ਇਹੋ ਜਿਹੇ ਚੌਥੇ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੇ 2 ਲਗਾਤਾਰ ਟਰਮਾਂ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭੀ ਹੈ। ਠੀਕ ਹੈ ਜੀ, ਇਹ ਸਾਡੇ ਦੇਸ਼ ਦੀ ਅੱਜ ਤੱਕ ਦੀ ਰਾਜਨੀਤਿਕ ਸਥਿਤੀ ਆ, ਜਿਹਨੂੰ ਆਪਾਂ ਪੜ੍ਹ ਸਕਦੇ ਹਾਂ ਕਿ ਪੋਲਿਟਿਕਸ ਇਨ ਇੰਡੀਆ, ਭਾਰਤ ਦੀ ਸਿਆਸਤ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ। ਬੜੀ ਕੋਸ਼ਿਸ਼ ਤੁਸੀਂ ਜਿਹੜੀ ਕਰਨੀ ਆ ਉਹ ਇਹ ਆ ਕਿ ਤੁਸੀਂ ਇਹਦੇ ਵਧੀਆ ਤੋਂ ਵਧੀਆ ਨੋਟਸ ਜਿਹੜੇ ਕਿ ਫੈਕਟ ਬੇਸਡ ਹੁੰਦੇ ਆ ਉਹ ਤੁਸੀਂ ਬਣਾਉਣੇ ਆ। ਠੀਕ ਆ, ਤਾਂ ਜੋ ਤੁਹਾਨੂੰ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਆ ਸਕੇ। ਠੀਕ ਆ, ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲਾ ਲੈਕਚਰ ਵਧੀਆ ਲੱਗਿਆ ਹੋਊਗਾ। ਠੀਕ ਆ, ਵਧੀਆ ਲੱਗਾ ਤਾਂ ਤੁਸੀਂ ਜਰੂਰ ਬਾਕੀਆਂ ਨੂੰ ਵੀ ਸਾਡੇ ਬਾਰੇ ਰਿਕਮੈਂਡ ਕਰ ਸਕਦੇ ਹੋ ਜੇ ਤੁਸੀਂ ਸੈਟੀਸਫਾਈਡ ਹੋ। ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।